ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਕਬੀਰ ਸਾਹਿਬ ਦੀ ਬਾਣੀ ਲੈ ਰਹੇ ਹਾਂ ਜੀ। ਆ ਦੇਖਣਾ ਕਿਸੇ ਦੇ ਮਾਈਕ ਜਿਹੜਾ ਬੰਦ ਕਰ ਦੇਣਾ ਪਲੀਜ਼, ਜਿਨ੍ਹਾਂ ਦੇ ਕੋਈ ਠਾਠ ਹੋਊਗਾ। ਬੜਾ ਭਾਂਡਿਆਂ ਦਾ ਖੜਾਕ ਜਿਹਾ ਬੜਾ ਹੀ ਆਉਣ ਡਿਆ। ਦੇਖਦੇ ਹਾਂ ਕਿਹੜਾ ਹੈ। ਆਪਾਂ ਰਿਕਾਰਡਿੰਗ ਸ਼ੁਰੂ ਕਰਤੀ ਹੈ ਹੁਣ। ਗੁਰਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਹੁਣ ਰਹਿਣ ਤੋਂ ਫਤਿਹ, ਕਾਫੀ ਟਾਈਮ ਹੋ ਗਿਆ। ਹਾਂਜੀ ਨਿਸ਼ਾ ਸਾਹਿਬ, ਕਥਾ ਸ਼ੁਰੂ ਕਰੋ ਜੀ। ਹਾਂਜੀ, ਅਸੀਂ ਜਿਹੜੇ ਬਿਲਾਵਲ ਰਾਗ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਲੈ ਰਹੇ ਹਾਂ। 856 ਅੰਗ ਦੇ ਉੱਤੇ ਹੈਗਾ, 57 ਤੱਕ ਜਾਂਦਾ ਹੈ ਸ਼ਬਦ। ਇਹ 8ਵਾਂ ਸ਼ਬਦ ਹੈਗਾ ਬਿਲਾਵਲ। ਇਹਦੇ ਵਿੱਚ ਕਬੀਰ ਸਾਹਿਬ ਜਿਹੜੇ ਹੈਗੇ ਬਾਹਰੀ ਭੇਖ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉਹਦੇ ਬਾਰੇ ਆਪਾਂ ਨੂੰ ਗਿਆਨ ਦੇ ਰਹੇ ਭਾਈ। ਬਾਹਰੀ ਭੇਖ ਜਿਹੜਾ ਹੈਗਾ ਧਰਮ ਦੇ ਵਾਸਤੇ ਜੋ ਵੀ ਕਰਮ ਕਾਂਡ ਆਪਾਂ ਕਰ ਰਹੇ ਹਾਂ, ਜੇ ਬਾਹਰੀ ਭੇਖ ਕਰ ਰਹੇ ਹਾਂ ਉਹਦੇ ਨਾਲ ਗੱਲ ਬਣਨੀ ਨਹੀਂ ਆ। ਜੋਗੀਆਂ ਨੂੰ ਜਿਹੜਾ ਹੈਗੇ ਐਡਰੈਸ ਕਰਕੇ ਤੇ ਸਾਰੇ ਜਿਹੜੇ ਧਰਮ ਦੇ ਰਸਤੇ 'ਤੇ ਚੱਲਣਾ ਚਾਹੁੰਦੇ ਆ, ਲਿਵ ਵਾਲੇ ਰਸਤੇ 'ਤੇ, ਉਹਨਾਂ ਨੂੰ ਗਿਆਨ ਦੇ ਰਹੇ ਆ। ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ ਪਰਮ ਕੇ ਭਾਏ ਭਵੈ ਭੇਖ ਧਾਰੀ। ਜੋਗੀ ਲੋਕ ਡੰਡਾ ਰੱਖਦੇ ਸੀਗੇ, ਕਿਤੇ ਜਿਹੜਾ ਹਨੇਰੇ ਸਵੇਰੇ ਜਾਣਾ ਹੈ ਜਾਂ ਉਹ ਦਰਿਆ ਪਾਰ ਕਰਨਾ ਹੈ, ਕੁਛ ਕਰਨਾ ਹੈ, ਅਤੇ ਉਹਦੇ ਲਈ ਜਾਂ ਕਿਸੇ ਜਾਨਵਰ ਵਗੈਰਾ ਜਿਹੜਾ ਹੈਗਾ ਉਹਨੂੰ ਡਰਾਉਣਾ ਹੈ। ਡੰਡਾ ਮੁੰਦਰਾ ਖਿੰਥਾ ਆਧਾਰੀ, ਇੱਕ ਮੁੰਦਰਾ ਕੰਨ ਦੇ ਵਿੱਚ ਪਾ ਲੈਂਦੇ ਸੀਗੇ, ਇੱਕ ਜਿਹੜੀ ਖਿੰਥਾ ਆਧਾਰੀ ਜਿਹੜੀ ਹੈਗੀ ਗੋਦੜੀ ਲੈ ਲੈਂਦੇ ਸੀ, ਆਪਣੇ ਜਿਹੜੀ ਹੈਗੀ ਝੋਲੀ ਲੈ ਲੈਂਦੇ ਸੀ, ਜਿਹਦੇ 'ਚ ਜਿਹੜਾ ਹੈਗਾ ਸਾਰਾ ਕੁਛ ਪਾਉਣਾ ਹੁੰਦਾ ਉਹਨਾਂ ਨੇ। ਪਰਮ ਕੇ ਭਾਏ ਭਵੈ ਭੇਖ ਧਾਰੀ, ਇਹ ਮਾਇਆ ਦੇ ਵਿੱਚ ਹੀ, ਪਿਆਰ ਤਾਂ ਮਾਇਆ ਦੇ ਨਾਲ ਹੀ ਹੈਗਾ। ਮਾਇਆ ਹੀ ਭਟਕਾ ਰਹੀ ਹੈ, ਕਹਿੰਦੇ ਪਿਆਰ ਮਾਇਆ ਦੇ ਨਾਲ ਆ, ਔਰ ਭੇਖ ਕਰਕੇ ਵੀ ਭਵ ਰਿਹਾ ਆ ਮਾਇਆ ਦੇ ਵਿੱਚ। ਆਸਨ ਪਵਨ ਦੂਰ ਕਰ ਬਵਰੇ, ਕਹਿੰਦੇ ਦੇਖ ਤੂੰ ਜਿਹੜਾ ਹੈਗਾ ਜੋਗੀਆਂ ਵਾਲੇ ਜਿਹੜੇ ਹੈਗੇ ਆਸਨ ਵੀ ਲਾਉਣਾ ਹੈ, ਬਾਬਾ ਰਾਮਦੇਵ ਦੇ ਆਸਨ ਵੀ ਲਾਉਣਾ ਹੈ, ਤੇਰਾ ਸਰੀਰ ਸਵਸਥ ਹੋ ਜਾਊਗਾ, ਪਰ ਜਿਹੜਾ ਹੈਗਾ ਧਰਮ ਦੇ ਰਸਤੇ ਦੇ ਉੱਤੇ ਮਾਲਕ ਪਰਮਾਤਮਾ ਦੀ ਨੇੜਤਾ ਨਹੀਂ ਪ੍ਰਾਪਤ ਕਰ ਸਕੇਗਾ। ਪਵਨ ਵੀ ਚੜਾਉਣਾ ਹੈ ਤੂੰ, ਸਵਾਸ ਵੀ ਚੜਾਉਣਾ ਹੈ, ਉੱਪਰ ਰੀੜਾ ਪਿੰਗਲਾ ਔਰ ਉੱਪਰ ਜਿਹੜਾ ਹੈਗਾ ਦਸਮ ਦੁਆਰ ਤੇ ਸਵਾਸ ਚੜਾਉਣਾ ਹੈ ਤੂੰ। ਉਹ ਜਿਹੜਾ ਹੈਗਾ ਰੇਚਕ ਕੁੰਭਕ ਪੂਰਕ, ਕਹਿੰਦੇ ਇਹ ਦੂਰ ਕਰ, ਛੱਡ ਦੇ ਪਾਗਲਾ, ਇਹਦੇ ਨਾਲ ਗੱਲ ਨਹੀਂ ਬਣਨ ਵਾਲੀ। ਇਹ ਕੋਈ ਪਰਮਾਤਮਾ ਯੋਗ ਅਭਿਆਸ ਦਾ ਕੰਮ ਥੋੜੀ ਨਾ ਹੈਗਾ। ਆਸਨ ਪਵਨ ਦੂਰ ਕਰ ਬਵਰੇ, ਉਹ ਮਾਲਕ ਪਰਮਾਤਮਾ ਤਾਂ ਪਿਆਰ ਦੀ ਖੇਡ ਹੈ, ਮਾਲਕ ਨਾਲ ਤਾਂ ਪਿਆਰ ਪੈਣਾ ਹੈ ਭਾਈ। ਛੋੜ ਕਪਟ ਨਿਤ ਹਰ ਭਜ ਬਵਰੇ, 2 ਵਾਰੀ ਬਵਰੇ ਲਿਖਿਆ ਹੋਇਆ। ਕਹਿੰਦੇ ਕਪਟ ਛੱਡ, ਅੰਦਰ ਦੇਖ, ਆਪਣੇ ਅੰਦਰ ਜਿਹੜੀ ਸ਼ੁੱਧੀ ਕਰ, ਪਰਮਾਤਮਾ ਦਾ ਭਜਨ ਕਰ, ਔਰ ਇਹਦੇ ਨਾਲ ਤੈਨੂੰ ਜਿਹੜਾ ਹੈਗਾ ਵਿਚਾਰਾਂ 'ਤੇ ਕਾਬੂ ਪਾਉਣ ਨੂੰ ਜਿਹੜਾ ਹੈਗਾ ਤੇਰਾ ਅੰਦਰ ਸ਼ੁੱਧ ਹੋ ਜਾਏਗਾ। ਰਹਾਓ, ਆਹੀ ਭਗਤੀ ਹੈਗੀ ਆ। ਡੰਡਾ ਮੁੰਦਰਾ ਖਿੰਥਾ ਆਧਾਰੀ, ਇਹਨਾਂ ਨੂੰ ਤੂੰ ਜਿਹੜਾ ਹੈਗਾ ਇਹ ਬਾਹਰਲੀ ਚਿੰਨ੍ਹ ਜਿਹੜੇ ਹੈਗੇ ਧਾਰਨ ਕਰਕੇ ਤੂੰ ਸੋਚਦਾ ਹੈ ਮੈਂ ਜਿਹੜਾ ਹੈਗਾ ਧਾਰਮਿਕ ਹੋ ਗਿਆ, ਮੈਂ ਬੜਾ ਗਿਆਨੀ ਹੋ ਗਿਆ, ਮੈਂ ਬੜਾ ਗੁਰਮੁਖ ਹੋ ਗਿਆ, ਮੈਂ ਬੜਾ ਪੰਡਤ ਹੋ ਗਿਆ, ਮੈਂ ਬੜਾ ਮੌਲਵੀ ਹੋ ਗਿਆ। ਭੇਖ ਧਾਰਨ ਕਰਨ ਦੇ ਨਾਲ ਭਰਮ ਕੇ ਭਾਏ ਭਵੇ ਭੇਖ ਧਾਰੀ, ਇਹ ਤਾਂ ਭਰਮ ਆ, ਭਰਮ ਦੇ ਵਿੱਚ ਆ ਤੇਰਾ ਭਟਕਣਾ ਦੇ ਨਾਲ, ਮਾਇਆ ਦੇ ਨਾਲ ਹੀ ਪਿਆਰ ਆ, ਤੇ ਤੂੰ ਖਾਲੀ ਭੇਖ ਜਿਹੜਾ ਹੈਗਾ ਲੈ ਲਿਆ ਆ, ਤੇ ਤੇਰਾ ਮਨ ਤਾਂ ਉਸੇ ਤਰ੍ਹਾਂ ਭਵ ਰਿਹਾ ਮਾਇਆ ਦੇ ਵਿੱਚ, ਕੋਈ ਫਰਕ ਤਾਂ ਪਿਆ ਨਹੀਂ ਹੈ। ਆਸਨ ਪਵਨ ਦੂਰ ਕਰ ਭਵਰੇ, ਕਹਿੰਦੇ ਜਿਹੜੇ ਆਸਨ ਲਾਉਣੇ ਜਿਹੜੇ ਹੈਗੇ ਆ ਔਰ ਸਵਾਸ ਚੜਾਉਣੇ ਜਿਹੜੇ ਹੈਗੇ ਆ,
ਇਹਨਾਂ ਨੂੰ ਛੱਡ ਪਿਆਰਿਆ ਤੇ ਵਿਚਾਰਾਂ ਦੇ ਉੱਤੇ ਕਾਬੂ ਦੇ। ਵਿਚਾਰ ਦੇਖ, ਆਪਣੇ ਮਨ ਨੂੰ ਖੜਾ ਕਰ, ਪਰਮਾਤਮਾ ਨੂੰ ਯਾਦ ਕਰ, ਪਰਮਾਤਮਾ ਦਾ ਧਿਆਨ ਕਰ, ਉਦੋਂ ਸਮਰਨ ਕਰ। ਆ ਚਿੰਨ੍ਹ ਲੈ ਆਪਣੇ ਮਨ ਦੇ ਉੱਤੇ ਧਾਰਨ ਕਰ। ਛੋੜ ਕਪਟ, ਨਿਤ ਹਰ ਭਜ ਭਵਰੇ। ਕਪਟ ਛੱਡ ਕੇ ਪਰਮੇਸ਼ਰ ਦਾ ਭਜਨ ਕਰ, ਨਿਤ ਕਰ। ਰਹਾਓ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ ਸਾਧ ਸੰਗਤ ਜੀ। ਦੇਖੋ ਜਿੰਨੇ ਵੀ ਬ੍ਰਹਮ ਗਿਆਨੀ ਹੋਏ ਨੇ ਨਾ, ਉਹ ਸਾਨੂੰ ਕੇਵਲ ਇੰਨਾ ਹੀ ਦੱਸ ਕੇ ਗਏ ਹਨ ਕਿ ਅਸੀਂ ਜੀਵਨ ਕਿਵੇਂ ਬਤੀਤ ਕਰਨਾ ਹੈ, ਹਾਂ, ਕੀ ਕਰਨਾ ਹੈ ਜੇ ਨਹੀਂ ਕਰਨਾ। ਤੇ ਦੱਸ ਕੇ ਤੇ ਕੇਵਲ ਇੱਕੋ ਹੀ ਚੀਜ਼ ਗਏ ਜੋ ਕਹਿੰਦੇ ਨੇ ਕਿ 100 ਹੱਥ ਰੱਸਾ ਤੇ ਸਿਰੇ ਤੇ ਗੰਢ। ਉਹ ਕਹਿੰਦੇ ਕਿ ਤੁਸੀਂ ਇੱਕ ਚੰਗੇ ਇਨਸਾਨ ਕਿੱਦਾਂ ਬਣਨਾ। ਇਸ ਤੋਂ ਵੱਧ ਗੱਲ ਨਹੀਂ ਜੀ ਹੋਈ। ਭਗਤੀ ਕਰਨ ਦਾ ਮਤਲਬ ਹੀ ਇਹੋ ਹੀ ਹੈ ਕਿ ਆਪਣੇ ਆਪ ਨੂੰ ਸਹੀ ਕਰਨਾ। ਕਿਉਂਕਿ ਜਦੋਂ ਜਿੰਨਾ ਚਿਰ ਤੱਕ ਇਹਦੇ ਸੱਚ ਤੋਂ ਅੱਗੇ ਕਿਹੜੇ ਨੇ ਜੀ ਸਾਹਿਬ? ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਨਾਮ ਬਿਨਾ ਕੈਸੇ ਆਚਾਰ। ਹਾਂ ਦੇਖ ਲਓ, ਕਹਿੰਦੇ ਅਚਾਰ ਲਿਆਉਣੇ ਆ ਜ਼ਿੰਦਗੀ 'ਚ। ਮਤਲਬ ਕਹਿੰਦੇ ਗੱਲੀਆਂ ਅਸੀਂ ਚੰਗੀਆਂ ਤੇ ਅਚਾਰੀ ਬੁਰੀਆਂ। ਕਿਤਾਬੀ ਗਿਆਨ ਦੀ ਗੱਲ ਕਰਦੇ ਆ। ਇਹ ਜਿਹੜੀਆਂ ਗੱਲਾਂ ਹੁਣ ਜਿਹੜੇ ਸਮਝਾ ਰਹੇ ਨੇ ਆਪਾਂ ਨੂੰ ਬ੍ਰਹਮ ਗਿਆਨੀ ਜੀ, ਉਹ ਸਮਝਾ ਰਹੇ ਨੇ ਕਿ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ ਨਾ, ਅਸਲ ਦੇ ਵਿੱਚ ਆਪਣਾ ਦੇਖੋ, ਆਪਾਂ ਕੋਈ ਕੰਮ ਕਰਦੇ ਹਾਂ, ਉਹਦਾ ਰਿਜ਼ਲਟ ਕੀ ਹੈ? ਰਿਜ਼ਲਟ ਤੇ ਇਹੋ ਹੀ ਹੈ ਨਾ ਕਿ ਆਪਾਂ ਕੋਈ ਵੀ ਘਰ ਬਣਾਉਂਦੇ ਹਾਂ, ਕਿਸ ਲਈ ਬਣਾਉਂਦੇ ਹਾਂ? ਆਪਾਂ ਸਾਫ਼ ਸੁਥਰਾ ਜੀਵਨ ਬਤੀਤ ਕਰਾਂਗੇ। ਕੱਲ ਨੂੰ ਮੀਂਹ ਕਣੀ ਪਵੇ ਤੇ ਸਾਨੂੰ ਸਾਡੇ ਸਿਰ ਤੇ ਛੱਤ ਚਾਹੀਦੀ ਹੈ। ਇਹ ਨਾ ਹੋਵੇ ਕਿ ਟੁੱਟੀਆਂ ਭੁੱਜੀਆਂ ਛੱਤਾਂ ਹੋਣ, ਸਾਡੇ ਸਿਰ 'ਚ ਪਾਣੀ ਪਵੇ। ਤੋ ਆਪਾਂ ਕੀ ਚਾਹੁੰਦੇ ਹਾਂ ਕਿ ਆਪਣੀ ਛੱਤ ਏਦਾਂ ਦੀ ਹੋਵੇ ਜਿਹੜੀ ਸਾਨੂੰ ਪ੍ਰੋਟੈਕਟ ਕਰੇ ਜਾਨਵਰਾਂ ਤੋਂ। ਹੁਣ ਤੇ ਬੜਾ ਸੁਧਾਰ ਹੋ ਗਿਆ ਵਾ। ਅੱਜ ਤੋਂ 40 ਕੁ ਸਾਲ ਪਹਿਲਾਂ ਤੇ ਪਿੱਛੇ ਜਾਓ, ਮੀਂਹ ਪੈ ਜਾਣਾ ਲੋਕਾਂ ਦੇ ਘਰਾਂ ਦੇ ਵਿੱਚ, ਪਾਣੀ ਚੋਈ ਜਾਣਾ, ਰਾਤ ਨੂੰ ਮੀਂਹ, ਬੁਰਾ ਹਾਲ ਹੋ ਜਾਣਾ। ਅਜੇ ਵੀ ਗਰੀਬਾਂ ਘਰਾਂ 'ਚ ਏਦਾਂ ਦਾ ਹਾਲ ਹੈ। ਹੁਣ ਤੇ ਥੋੜਾ ਜਿਹਾ ਗਲੀਆਂ 'ਚ ਪਾਣੀ ਖਲੋ ਜਾਏ ਤੇ ਲੋਕੀ ਰੌਲਾ ਪਾਈ ਜਾਂਦੇ, ਵੇਖੋ ਸਰਕਾਰ ਕੀ ਕਰ ਰਹੀਆਂ, ਕਾਰਪੋਰੇਸ਼ਨ ਸਫਲ ਹੋ ਗਈ। ਪਹਿਲਾਂ ਮੀਂਹ ਪੈਣਾ, ਨਿੱਜਰ ਸਾਹਿਬ ਕਹਿੰਦੇ 4-4 5-5 ਦਿਨ ਪਾਣੀ ਨਾ ਉਤਰਨਾ। ਏਦਾਂ ਦੀ ਕੰਡੀਸ਼ਨ ਸੀ, ਕੱਚੇ ਰਾਹ ਸੀ, ਬੜਾ ਲੋਕਾਂ ਦਾ ਬੁਰਾ ਹਾਲ ਸੀ। ਹੁਣ ਤੇ ਲੋਕੀ ਕਹਿੰਦੇ ਆ ਕਿ ਦੁਨੀਆ ਬਹੁਤ ਮਾੜੀ ਆ, ਪਰ ਜੇ ਵੇਖਿਆ ਜਾਵੇ ਵਿਕਾਸ ਬਹੁਤ ਜ਼ਿਆਦਾ ਹੋਇਆ ਵਾ। ਇੱਥੋਂ ਤੱਕ ਆਪ ਜਸਟ ਸੋਚੋ, ਅਸੀਂ ਤੇ ਕਹਿੰਦੇ ਆ ਕਿ ਜ਼ਿਆਦਾ ਤਾਂ ਨਹੀਂ ਸਫਾਈ ਕਰ ਸਕਦੇ। ਜਿੱਥੇ ਸਾਡਾ ਘਰ ਹੈਗਾ, ਅਸੀਂ ਜੇ ਓਨਾ ਹੀ ਸਾਫ਼ ਕਰ ਦਈਏ ਨਾ ਆਲਾ ਦੁਆਲਾ ਜਿਹੜੇ ਆਪਣੇ ਮੱਥੇ ਤੇ ਸੜਕ ਆਉਂਦੀ ਆ, ਤੇ ਬੜੀ ਵੱਡੀ ਗੱਲ ਹੈ ਤੇ ਗੰਦ ਨਾ ਪਾਈਏ। ਠੀਕ ਹੈ। ਹੁਣ ਆਪਾਂ ਦੇਖੀਏ ਇੱਕ ਚੀਜ਼ ਨੂੰ ਆਪਾਂ ਸਮਝੀਏ ਕਿ ਆਪਾਂ ਨੂੰ ਬ੍ਰਹਮ ਗਿਆਨੀ ਸਮਝਾ ਕੇ ਕੀ ਗਏ? ਉਹ ਸਾਨੂੰ ਗਿਆਨ ਦੇ ਕੇ ਗਏ ਆ ਕਿ ਜੀਵਨ ਨੂੰ ਬਤੀਤ ਕਿੱਦਾਂ ਕਰਨਾ ਹੈ, ਤੁਸੀਂ ਕਰਨਾ ਕੀ ਹੈ ਜਾਂ ਕੀ ਨਹੀਂ ਕਰਨਾ। ਹੁਣ ਜਿਹੜਾ ਨਹੀਂ ਕਰਨ ਵਾਸਤੇ ਕਹਿ ਕੇ ਗਏ ਨੇ, ਆਪਾਂ ਬਾਣੀ ਵੀ ਪੜ੍ਹਦੇ ਹਾਂ ਤੇ ਕੀ ਸੱਚੀ ਆਪਾਂ ਉਹਨਾਂ ਦੀ ਗੱਲ ਮੰਨਦੇ ਹਾਂ? ਆਪਾਂ ਚੀਜ਼ਾਂ ਨੂੰ ਤਿਆਗ ਕਰਦੇ ਹਾਂ? ਨਹੀਂ ਕਰਦੇ। ਆਪਾਂ ਕਿਉਂ ਨਹੀਂ ਕਰਦੇ? ਕਿਉਂਕਿ ਆਪਾਂ ਕੇਵਲ ਸੁਣਦੇ ਹਾਂ, ਉਹਨੂੰ ਇੰਪਲੀਮੈਂਟ ਨਹੀਂ ਕਰਨਾ ਚਾਹੁੰਦੇ। ਪਰ ਜੇ ਬਾਣੀ ਕਹਿੰਦੀ ਆ ਕਿ ਬਾਣੀ ਕਹੇ ਤੇ ਸੇਵਕ ਜਨ ਮਾਣੇ ਤੇ ਪ੍ਰਤੱਖ ਗੁਰ ਨਿਸਤਾਰੇ। ਤੁਸੀਂ ਕਹਿੰਦੇ ਆ ਕਿ ਤੁਸੀਂ ਉਹ ਜੋ ਬਾਣੀ ਕਹਿ ਰਹੀ ਆ, ਜੇਕਰ ਸੇਵਕ ਮੰਨ ਜਾਂਦਾ ਹੈ ਤੇ ਉਹ ਜਿਹੜਾ ਗੁਰੂ ਆ ਉਹ ਪ੍ਰਤੱਖ ਹੋ ਕੇ ਤੁਹਾਨੂੰ ਦਿਖ ਪਏਗਾ। ਨਿਜਰ ਸਾਹਿਬ ਸਹੀ ਇਹ ਗੱਲ ਹੈ? ਬਿਲਕੁਲ ਨਿਸਤਾਰਾ ਕਰ ਦੇਗਾ। ਬਿਲਕੁਲ ਸੱਚ ਦਾ ਸੱਚ ਜਿਹੜਾ ਹੈਗਾ, ਬਿਲਕੁਲ ਆਪਣੇ ਸੱਚ ਦੇ ਨਾਲ ਮਿਲਾ ਦੇਗਾ ਭਾਈ। ਹਾਂ, ਸੱਚ ਜਿਹੜਾ ਹੈਗਾ ਵਾ ਉਹਦੇ ਨਾਲ ਸਾਡਾ ਸੰਬੰਧ ਜੋੜ ਦੇਗਾ। ਬਿਲਕੁਲ ਠੀਕ ਹੈ ਜੀ। ਹਾਂਜੀ, ਇੱਥੇ ਦੇਖੀਏ ਧਾਰਮਿਕ ਜੀਵਨ ਦਾ ਮਤਲਬ ਪਤਾ ਕੀ ਆ? ਸਾਡੇ ਅੰਦਰ ਇੱਕ ਜਿਹੜਾ ਚਿੱਤ ਆ, ਉਹਦੇ ਅੰਦਰ ਕੁਝ ਗਲਤ ਲੀਕਾਂ ਪੈ ਗਈਆਂ ਨੇ। ਹੁਣ ਕੀ ਉਹ ਲੀਕਾਂ ਪੈ ਗਈਆਂ ਨੇ, ਔਰ ਜਦੋਂ ਵੀ ਸਾਡੇ ਜੀਵਨ 'ਚ ਕੋਈ ਓਦਾਂ ਦੀ ਸਿਚੁਏਸ਼ਨ ਆਉਂਦੀ ਆ ਤੇ ਆਪਾਂ ਕੀ ਕਰਦੇ ਆ? ਆਪਾਂ ਅੱਖਾਂ ਬੰਦ ਕਰਕੇ ਨਿੱਜਰ ਸਾਹਿਬ ਗੱਡੀ ਉਹਨੂੰ ਘੁਮਾ ਦਿੰਦੇ ਆ। ਉਸੇ ਲੀਕਾਂ ਤੇ ਚੱਲਦੀ ਹੈ ਗੱਡੀ। ਹਾਂ, ਤੇ ਫਿਰ ਜਦੋਂ ਬਾਰ-ਬਾਰ, ਹੁਣ ਤੁਸੀਂ ਦੇਖੋ ਇੱਕ ਖੱਡੇ 'ਚ ਗੱਡੀ ਮਾਰੀ ਸੀ ਆਪਾਂ, ਠੀਕ ਹੈ। ਹੁਣ ਖੱਡੇ 'ਚ ਗੱਡੀ ਮਾਰੀ ਤੇ ਕੀ ਇੱਕ ਦਿਨ ਇੱਕ ਵਾਰੀ ਮਾਰ ਲਈ ਕੋਈ ਗੱਲ ਨਹੀਂ, ਤੇ ਜੇ ਆਪਾਂ ਨਿੱਜਰ ਸਾਹਿਬ ਅਗਲੇ ਦਿਨ ਫੇਰ ਮਾਰੀਏ? ਹਾਂ, ਰੋਜ਼ ਹੀ ਉਸੇ ਖੱਡੇ ਦਾ ਰਸਤਾ ਤਾਂ ਉਹੀ ਹੈਗਾ। ਖੱਡੇ ਨੂੰ ਆਪਾਂ ਰੋਜ਼ ਮਾਰਦੇ ਹਾਂ ਉਸ ਗੱਡੀ, ਉਹਦੇ ਵਿੱਚ ਗੱਡੀ।
ਹਾਂ ਤੇ ਫਿਰ ਦੇਖੋ, ਫਿਰ ਉਸ ਤੋਂ ਬਾਅਦ ਅਸੀਂ ਕਹੀਏ ਕਿ ਸਾਡੀ ਗੱਡੀ ਸਹੀ ਕਿਉਂ ਨਹੀਂ ਹੁੰਦੀ, ਇਹ ਟੁੱਟੀ ਕਿਉਂ ਜਾਂਦੀ ਆ, ਤੇ ਇਹਦਾ ਕਾਰਨ ਕੀ ਆ? ਕਾਰਨ ਤੇ ਉਹ ਆ ਕਿ ਜਿਹੜਾ ਕੰਮ ਆਪਾਂ ਕਰਦੇ ਪਏ ਉਹਨੂੰ ਬੰਦ ਕਰਨਾ ਪਊਗਾ। ਹੋਰ ਤੇ ਕੋਈ ਹੱਲ ਹੀ ਨਹੀਂ ਹੈਗਾ। ਹੁਣ ਵੇਖੋ, ਮੇਰੀ ਗੱਡੀ ਦਾ ਟਾਇਰ ਪਾੜਦਾ ਨਿੱਜਰ ਸਾਹਿਬ, ਬਿਲਕੁਲ, ਤੇ ਉਹ ਰਸਤੇ ਦੇ ਵਿੱਚ ਕੁਝ ਕਿੱਲ ਕੁੱਲ ਪਏ ਆ, ਤੇ ਮੈਂ ਬਾਰ-ਬਾਰ ਉੱਥੇ ਜਾਊਂਗਾ ਤੇ ਕੀ ਉੱਥੋਂ ਮੈਂ ਐਕਸਪੈਕਟ ਕਰਦਾ ਕਿ ਮੇਰਾ ਟਾਇਰ ਨੂੰ ਕੁਝ ਨਹੀਂ ਹੋਊਗਾ? ਦੱਸੋ ਮੈਨੂੰ। ਬਿਲਕੁਲ ਹੋਊਗਾ ਜੀ। ਹਾਂ, ਤੇ ਇੱਥੇ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਕੀ ਸੁਧਾਰਨਾ ਹੈ, ਕਿਸੇ ਨੂੰ ਨਹੀਂ ਸੁਧਾਰਨਾ ਤੇ ਨਾ ਕਿਸੇ ਨੂੰ ਸੁਧਾਰਨ ਵਾਸਤੇ ਚੱਲ ਜਿਓ। ਇਹ ਤੇ ਪੋਸੀਬਲ ਨਹੀਂ ਹੈਗਾ, ਕਿਉਂਕਿ ਹਰ ਕੋਈ ਬੰਦਾ ਆਪਣੇ ਆਪ ਨੂੰ ਸੁਧਾਰ ਸਕਦਾ ਹੈ, ਤੁਸੀਂ ਤੇ ਨਹੀਂ ਸੁਧਾਰ ਸਕਦੇ। ਅੱਜ ਜਿਹੜੇ ਜੇਲ੍ਹਾਂ 'ਚ ਆਪਾਂ ਬੰਦੇ ਭੇਜਦੇ ਆ, ਉੱਥੇ ਵੀ ਬੰਦਾ ਸੁਧਰਦਾ ਥੋੜੀ ਆ, ਕਿਉਂਕਿ ਬੰਦਾ ਉਹੀ ਸੁਧਰੂਗਾ ਜਿਹੜਾ ਆਪਣੇ ਆਪ ਨੂੰ ਸੁਧਾਰਨਾ ਚਾਹੁੰਦਾ। ਹੁਣ ਬਾਣੀ 'ਚ ਇਸੇ ਕਰਕੇ ਕਹਿੰਦੇ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ, ਕਿ ਤੂੰ ਇਹ ਨਾ ਤੇਰੇ ਦਿਮਾਗ 'ਚ ਗਲਤ ਫਹਿਮੀ ਨਾ ਪੈ ਜਾਏ ਕਿ ਤੂੰ ਇਹ ਸੋਚੇ ਕਿ ਦੁਨੀਆ ਗਲਤ ਹੈ। ਇਸ ਕਰਕੇ ਸ਼ੁਰੂ ਕਰ ਆਪਣੇ ਆਪ ਤੇ ਸੂਈ ਆਪਣੇ ਆਪ ਤੇ ਰੱਖ ਕਿ ਸੱਚੀ ਤੂੰ ਚੰਗਾ ਹੈਗਾ। ਜੇ ਤੂੰ ਚੰਗਾ ਵਾਂ, ਉਹ ਇੱਕ ਕਹਾਵਤ ਆ, ਕਹਾਣੀ ਸੀ, ਉੱਥੇ ਇੱਕ ਔਰਤ ਸੀ, ਉਹ ਵਿਚਾਰੀ ਕੋਈ ਏਦਾਂ ਦਾ ਗਲਤ ਕੰਮ ਕਰ ਲਿਆ ਉਹਨੇ, ਤੇ ਫਿਰ ਉਹਨੂੰ ਪੱਥਰ ਮਾਰਦੇ ਸੀ, ਤੇ ਉੱਥੇ ਉਹ ਕੋਈ ਸੰਤ ਹੈਗਾ ਸੀ, ਉਹ ਕਹਿੰਦਾ ਉਹ ਬੰਦਾ ਪੱਥਰ ਮਾਰੇ ਜਿਹਨੇ ਦੁਰਾਚਾਰ ਜ਼ਿੰਦਗੀ 'ਚ ਨਹੀਂ ਕੀਤਾ। ਇਹ ਕ੍ਰਾਈਸਟ ਨੇ ਕਿਹਾ ਸੀ। ਹਾਂ, ਕ੍ਰਾਈਸਟ ਨੇ ਕਿਹਾ। ਕਹਿੰਦੇ ਤੂੰ ਲੋਕਾਂ ਨੂੰ ਜੱਜ ਕਰਦਾ ਹੈ ਨਾ, ਤੈਨੂੰ ਰੱਬ ਨੇ ਜੱਜ ਕਰਨਾ ਹੀ। ਨਿੱਜਰ ਸਾਹਿਬ ਬਿਲਕੁਲ ਕਲੀਅਰ ਹੀ ਹੈ ਨਾ। ਤੂੰ ਲੋਕਾਂ ਤੇ ਦੂਸ਼ਣ ਲਾਉਣਾ ਹੈ ਕਿ ਉਹ ਮਾੜਾ ਵਾ, ਉਹ ਏਦਾਂ ਵਾ, ਉਦਾਂ ਵਾ, ਤੇ ਕਹਿੰਦਾ ਜੇ ਤੂੰ ਬੋਲਿਆ ਨਾ ਗਲਤ ਜਗ੍ਹਾ ਤੇ ਵੀ ਬੋਲਦਾ ਹੀ, ਰੱਬ ਨੇ ਤੈਨੂੰ ਵੀ ਜੱਜ ਕਰ ਲੈਣਾ। ਜੇ ਚਾਹੁੰਦਾ ਕਿ ਰੱਬ ਤੈਨੂੰ ਨਾ ਜੱਜ ਕਰੇ, ਫਿਰ ਲੋਕਾਂ ਨੂੰ ਜੱਜ ਕਰਨਾ ਬੰਦ ਕਰ ਦੇ। ਇਸ ਲਈ ਆਪਣੀ ਬਾਣੀ ਵੀ ਉਸੇ ਤੁੱਕ ਨੂੰ ਗੱਲ ਨੂੰ ਕਿਹਾ ਕਿ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਗੱਲ ਉਹੀ ਹੈ, ਬਿਲਕੁਲ ਸੇਮ ਮੀਨਿੰਗ। ਉਹ ਤੂੰ ਦੂਜੇ ਨੂੰ ਜੱਜ ਨਾ ਕਰ ਪਲੀਜ਼। ਕਹਿੰਦਾ ਕਿ ਤੂੰ ਇੱਥੇ ਬੈਠਾ, ਹੁਣ ਦੂਜੇ ਨੂੰ ਜੱਜ ਕਰਨ ਦਾ ਮਤਲਬ ਇਹੋ ਹੀ ਆ ਕਿ ਦੋ ਭਲਵਾਨ ਘੁਲਦੇ ਆ। ਡੈਡੀ ਦੀ ਮੈਨੂੰ ਗੱਲ ਅਜੇ ਵੀ ਚੇਤੇ ਆਉਂਦੀ ਆ, ਕਹਿੰਦਾ ਪੁੱਤ ਲਾਗੇ ਮੇਰੇ ਵਰਗਾ ਖਲੋਤਾ ਹੋਊਗਾ ਤੇ ਕਹਿੰਦਾ ਉਹਦੀ ਲੱਤ ਕਿਉਂ ਨੀ ਖਿੱਚਦਾ, ਉਹਦੀ ਧੌਣ ਤੇ ਮੁੱਕੀ ਮਾਰ। ਇੱਕ ਦੂਜੇ ਭਲਵਾਨ ਨੂੰ ਕਹਿੰਦੇ ਆ, ਪਰ ਕਹਿੰਦਾ ਜਿਹੜਾ ਘੁਲਦਾ ਉਹਨੂੰ ਪਤਾ ਵਿਚਾਰੇ ਨੂੰ ਕਿ ਲੱਤ ਖਿੱਚਣੀ ਕਿੰਨੀ ਕੁ ਆਸਾਨ ਹੈ, ਧੌਣ ਤੇ ਮੁੱਕੀ ਮਾਰਨੀ ਕਿੰਨੀ ਕੁ ਆਸਾਨ। ਇਸੇ ਲਈ ਜਿਹੜਾ ਬੰਦਾ ਫਸਿਆ ਉਹ ਵਿਚਾਰੇ ਕੋਲ ਆਪਸ਼ਨ ਹੀ ਨਹੀਂ ਹੁੰਦਾ, ਉਹ ਬੜਾ ਟਾਈਟ ਹੁੰਦਾ। ਪਰ ਆਪਾਂ ਕਹਿੰਦੇ ਵੀ ਐਨੂੰ ਕਰ ਲਾ, ਐਨੂੰ ਕਰ ਲਾ। ਪਰ ਜਦੋਂ ਸਾਡੇ ਸਿਰ 'ਚੋਂ ਚੀਜ਼ ਪਊਗੀ ਨਾ, ਪਤਾ ਫਿਰ ਲੱਗੂਗਾ ਸਾਨੂੰ ਕਿ ਗੱਡੀ ਕਿਹਨੂੰ ਮੋੜਨੀ ਹੈ। ਵਿਜੇ ਸਾਹਿਬ ਬਿਲਕੁਲ, ਉਦੋਂ ਤੇ ਲੱਭਦਾ ਹੀ ਕੁਛ ਨਹੀਂ, ਬੰਦੇ ਦੀ ਅੱਖਾਂ ਕੜੀ ਨਹੀਂ ਰਾਹ ਜਾਂਦਾ। ਇਸ ਲਈ ਕਹਿੰਦੇ ਆ ਕਿ ਬੜੀ ਖਤਰਨਾਕ ਚੀਜ਼ ਹੈ ਜਦੋਂ ਕਿਸੇ ਦੇ ਸਿਰ 'ਚ ਪੈਂਦੀ ਹੈ ਨਾ, ਉਹ ਵਿਚਾਰੇ ਨੂੰ ਨਹੀਂ ਪਤਾ ਲੱਗਦਾ, ਬੰਦੇ ਦੀ ਹੋਸ਼ ਖਤਮ ਹੋ ਜਾਂਦੀ, ਉਹਦਾ ਬ੍ਰੇਨ ਜਿਹੜਾ ਕੰਮ ਕਰਨੋਂ ਹਟ ਜਾਂਦਾ, ਕਿਉਂਕਿ ਐਸੀ ਸਿਚੁਏਸ਼ਨ ਆ ਜਾਂਦੀ। ਉਹ ਫਿਰ ਹੁਣ ਜਦੋਂ ਬੰਦੇ ਨੂੰ ਤੁਸੀਂ ਵੇਖਿਆ, ਉਹਨੂੰ 5-6 ਚੱਕਰ ਦੇ ਕੇ ਛੱਡੋਗੇ ਤੇ ਕਿਤੇ ਨਿੱਜਰ ਸਾਹਿਬ ਤੁਰ ਨਹੀਂ ਸਕਦਾ। ਇਸੇ ਹੀ ਤਰ੍ਹਾਂ ਜਦੋਂ ਬੰਦੇ ਦੇ ਸਿਰ 'ਚ ਕੋਈ ਚੀਜ਼ ਮੁਸੀਬਤ ਦੇ ਰੂਪ 'ਚ ਵੱਜਦੀ ਹੈ ਤੇ ਬੰਦੇ ਦੀ ਹੋਸ਼ ਹੀ ਪਹਿਲੀ ਗੱਲ ਉੱਡ ਜਾਂਦੀ ਹੈ, ਉਹ ਵਿਚਾਰੇ ਦਾ ਗਿਆਨ ਹੀ ਬੰਦ ਹੋ ਜਾਂਦਾ, ਉਹ ਬੰਦਾ ਹਾਈਪਰ ਹੋ ਜਾਂਦਾ। ਠੀਕ ਹੈ ਜੀ, ਆਪਾਂ ਫਿਰ ਕਥਾ ਤੇ ਵਾਪਸ ਆ ਜਾਂਦੇ ਹਾਂ। ਤੋ ਇੱਥੇ ਆਪਾਂ ਇੱਕ ਚੀਜ਼ ਨੂੰ ਆਪਾਂ ਡਿਸਕਸ ਕੀਤਾ ਹੈ ਕਿ ਬ੍ਰਹਮ ਗਿਆਨੀ ਸਾਨੂੰ ਕੇਵਲ ਅਕਲ ਦੇ ਕੇ ਗਏ ਨੇ, ਆਪ ਉਹ ਪਾਸ ਹੋ ਗਏ ਨੇ, ਸਾਨੂੰ ਥੋੜੇ ਪੂਰਨੇ ਪਾ ਕੇ ਦੇ ਕੇ ਗਏ ਨੇ ਕਿ ਬਈ ਤੁਸੀਂ ਵੀ ਧਿਆਨ ਨਾਲ ਇਹ ਕੁਝ ਕਰ ਲਓਗੇ ਤੇ ਤੁਸੀਂ ਮੁਕਤ ਹੋ ਜਾਓ। ਤੇ ਜੇ ਆਪਾਂ ਬਾਰ-ਬਾਰ ਉਹਨਾਂ ਖੱਡਿਆਂ 'ਚ ਗੱਡੀ ਮਾਰਦੇ ਹਾਂ ਔਰ ਮੈਨੂੰ ਬੜਾ ਚੰਗਾ ਲੱਗਦਾ ਹੈ, ਤੇ ਫਿਰ ਦੱਸੋ ਸਿਆਣਾ ਕਿਹੜਾ? ਮੈਂ ਸਿਆਣਾ ਹੈਗਾ ਵਾਂ? ਨਿੱਜਰ ਸਾਹਿਬ ਬਹੁਤ ਅਕਲ ਦਾ ਕੰਮ ਕਰਦਾ, ਮੈਂ ਰੋਜ਼ ਖੱਡੇ 'ਚ ਗੱਡੀ ਮਾਰਦਾ ਤੇ ਬੈਰਿੰਗ ਤੋੜ ਕੇ ਘਰ ਖੜਦਾ ਨਾ। ਬਿਲਕੁਲ ਨਹੀਂ, ਬ੍ਰਹਮ ਗਿਆਨੀਆਂ ਨੇ ਜਿਹੜੇ ਫਾਰਮੂਲੇ ਦਿੱਤੇ ਉਹਨਾਂ ਨੂੰ ਵਰਤ ਕੇ ਆਪਾਂ ਖੱਡਿਆਂ ਤੋਂ ਬਚ ਸਕਦੇ ਹਾਂ। ਹਾਂ, ਉਹ ਤੇ ਕਹਿੰਦੇ ਬਈ ਉੱਥੇ ਨਾ ਨਿਸ਼ਾਨੀਆਂ ਲੱਗੀਆਂ, ਉੱਥੇ ਨਾ ਬੜਾ ਲਿਖਿਆ ਹੁੰਦਾ ਵਾ। ਆਮ ਸੜਕ ਤੇ ਵੇਖੋ, ਆਮ ਉੱਥੇ ਕੀ ਆ, ਸਾਡੇ ਜੀਵਨ 'ਚ ਲਿਖਿਆ ਸੜਕਾਂ ਤੇ ਨਹੀਂ ਲਿਖਿਆ ਹੁੰਦਾ ਗੱਡੀ ਹੌਲੀ ਚਲਾਓ, ਸੜਕ ਸਹੀ ਨਹੀਂ ਹੈ। ਹੈ ਤੇ ਕੀ ਬਾਣੀ 'ਚ ਕੀ ਇਹੋ ਕੁਝ ਤੇ ਲਿਖਿਆ ਵਾ। ਬਿਲਕੁਲ, ਸੱਜੇ ਮੋੜ ਲਾ, ਖੱਬੇ ਮੋੜ ਲਾ, ਹੁਣ ਟਾਈਮ ਸਹੀ ਨਹੀਂ ਹੈਗਾ, ਏਦਾਂ ਕਰ ਲਾ, ਏਦਾਂ ਕਰ ਲਾ। ਗਿਆਨ ਦਿੱਤਾ ਗਿਆ ਹੈ ਕਿ ਕਿਸੇ ਤਰੀਕੇ ਨਾਲ ਤੇਰੀ ਜਿਹੜੀ ਜੀਵਨ ਰੂਪੀ ਗੱਡੀ ਆ ਉਹ ਸਹੀ ਚੱਲੇ ਬਸ। ਕਿਉਂਕਿ ਜੇ ਤੂੰ ਗੱਡੀ ਤੇਰੀ ਸਾਫ਼ ਸੁਥਰੀ ਚਲਾਏਂਗਾ ਨਾ ਤੇ ਗੱਡੀ ਬੜੀ ਵਧੀਆ ਆ ਤੇਰੀ, ਤੇ ਜੇ ਇਹਨੂੰ ਤੋੜ ਭੰਨ ਲਏਗਾ ਤੇ ਛੇਤੀ ਆ। ਹੁਣ ਤੁਸੀਂ ਇੱਕ ਕਾਰ ਲਈ ਆ, ਵੈਸੇ ਜੇ ਸਹੀ ਤਰੀਕੇ ਨਾਲ ਚਲਾਈਏ 2-2.5 ਲੱਖ ਕਿਲੋਮੀਟਰ ਬੜੀ ਵਧੀਆ ਗੱਡੀ ਚੱਲ ਜਾਂਦੀ ਆ। ਤੇ ਕਈ ਲੋਕ ਵੇਖ ਲਓ 2-4 ਮਹੀਨਿਆਂ 'ਚ ਖੜਕਾ ਕਰ ਲੈਂਦੇ, ਹੁਣ ਤੋੜ ਲੈਂਦੇ ਚੀਜ਼। ਹੁਣ ਵੇਖੋ ਕਈਆਂ ਦੇ ਘਰਾਂ 'ਚ ਤੁਹਾਡੇ ਕੋਈ ਚੀਜ਼ ਆ, ਤੁਸੀਂ ਚੀਜ਼ਾਂ ਵੇਖ ਲਓ ਬੰਦਿਆਂ ਨੂੰ ਵਰਤੋਗੇ ਤੇ ਉਹ ਚੀਜ਼ਾਂ ਕਿੰਨੇ ਸਾਲ ਕਈਆਂ ਦੀ ਮਿਕਸਿੰਗਾਂ ਹੋਈਆਂ, ਜਾਂ ਕੋਈ ਹੋਰ ਕੋਈ ਘਰ ਦਾ ਸਮਾਨ ਜਿੱਦਾਂ ਗ੍ਰਾਈਂਡਰ ਹੋਇਆ, ਜਾਂ ਹੋਰ ਕਈ ਸਮਾਨ ਜਿਹੜੇ ਰਸੋਈ ਦੇ ਵਿੱਚ ਯੂਜ਼ ਹੁੰਦੇ ਆ,
ਜੇ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰਦੇ ਜੋ, ਦੀ ਵਰਤੋਂ ਕਰਦੇ ਜੋ, ਦੀ ਸਾਂਭ ਸੰਭਾਲ ਕਰਦੇ ਜੋ, ਤਾਂ ਵੇਖੋ ਚੀਜ਼ ਖਰਾਬ ਹੀ ਨਹੀਂ ਹੁੰਦੀ। ਤੇ ਜੇ ਤੁਸੀਂ ਉਹਨੂੰ ਧਿਆਨ ਨਾਲ ਨਹੀਂ ਕੰਮ ਕਰਦੇ, ਉਹਨੂੰ ਪ੍ਰੋਪਰਲੀ ਲੋਕ ਨਹੀਂ ਕਰਦੇ, ਤੇ ਵੇਖੋ 2-4 ਮਹੀਨਿਆਂ 'ਚ ਉਹ ਜਿਹੜੇ ਥੱਲੇ ਘੁੰਮਣ ਵਾਲੇ ਹੁੰਦੇ ਆ ਪਲਾਸਟਿਕ ਦੇ, ਉਹ ਘੱਟ ਜਾਂਦੇ ਆ, ਉੱਡ ਜਾਂਦੇ ਆ, ਫਿਰ ਚੇਂਜ ਕਰਾਉਣ ਚੱਲ ਜਾਓ। ਸੋ ਕਹਿਣ ਤੋਂ ਭਾਵ ਆ ਕਿ ਕਾਫੀ ਚੀਜ਼ਾਂ ਜਿਹੜੀਆਂ ਸਾਡੀ ਜ਼ਿੰਦਗੀ 'ਚ ਹੈਗੀਆਂ ਨੇ, ਕੇਵਲ ਅਸੀਂ ਥੋੜੀ ਸੋਝੀ ਦੇ ਨਾਲ ਅਗਰ ਆਪਣੇ ਜੀਵਨ ਨੂੰ ਚਲਾਉਂਦੇ ਹਾਂ। ਇਸ ਲਈ ਕਹਿੰਦੇ ਬਾਣੀ ਕਹੇ ਤੇ ਸੇਵਕ ਜਨ ਮਾਨੇ ਤੇ ਪ੍ਰਤੱਖ ਗੁਰ ਨਿਸਤਾਰੇ। ਜੇਕਰ ਬਾਣੀ ਦੇ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਚਲਾਉਂਦੇ ਹਾਂ ਤੇ ਅਸੀਂ ਬਹੁਤ ਸਾਰੀਆਂ ਮੁਸੀਬਤਾਂ ਤੋਂ, ਲੜਾਈਆਂ ਝਗੜੇ ਤੋਂ, ਇਹ ਪਾਪ ਤੋਂ ਅਸੀਂ ਬਚ ਸਕਦੇ ਹਾਂ। ਇਹ ਸਾਡੇ ਆਪਣੇ ਹੱਥਾਂ 'ਚ ਹੈ। ਸਹੀ ਹੈ ਨਾ ਜੀ ਸਾਹਿਬ? ਬਿਲਕੁਲ। ਹਾਂਜੀ, ਆ ਜਾਓ ਕਥਾ ਤੇ ਆ ਜਾਓ। ਡੰਡਾ, ਮੁੰਦਰਾ, ਖਿੰਥਾ, ਆਧਾਰੀ, ਇਹ 4 ਚੀਜ਼ਾਂ ਹੁੰਦੀਆਂ ਜੋਗੀਆਂ ਦੇ ਕੋਲ। ਬਾਹਰਲੇ ਚਿੰਨ੍ਹ, ਇੱਕ ਡੰਡਾ ਹੁੰਦਾ, ਇੱਕ ਮੁੰਦਰਾ ਕੰਨ ਦੇ ਵਿੱਚ ਹੁੰਦੀਆਂ ਹੈ, ਖਿੰਥਾ ਹੁੰਦੀ ਆ, ਇੱਕ ਜਿਹੜੀ ਹੈਗੀ ਉਹਨਾਂ ਦੀ ਜਿਹੜੀ ਹੈਗੀ ਗੋਦੜੀ ਹੁੰਦੀ ਹੈ, ਇੱਕ ਜਿਹੜੀ ਹੈਗੀ ਉਹਨਾਂ ਦੇ ਕੋਲ ਜਿਹੜੀ ਹੈਗੀ ਆ ਝੋਲੀ ਹੁੰਦੀ ਆ, ਜਿਹਦੇ ਵਿੱਚ ਪਾ ਲੈਂਦੇ ਪਿੱਛੇ ਵਗੈਰਾ। ਆਧਾਰੀ, ਭਰਮ ਕੇ ਭਾਏ ਭਾਵੇਂ ਭੇਖ ਧਾਰੀ, ਕਹਿੰਦੇ ਇਹ ਤਾਂ ਤੂੰ ਜਿਹੜਾ ਹੈਗਾ ਭਟਕਣਾ ਦੇ ਵਿੱਚ ਹੈ, ਭੇਖ ਕਰ ਲਿਆ ਆ, ਤੇ ਭੇਖ ਜਿਹੜਾ ਹੈਗਾ ਭਟਕ ਰਿਹਾ ਆ, ਭੇਖ ਕਰਕੇ ਭੇਖ ਦੇ ਵਿੱਚ ਹੀ ਭਟਕ ਰਿਹਾ ਹੈ ਤੂੰ, ਭੇਖ ਕਰ ਲਿਆ ਆ ਤੇ ਮਾਇਆ ਦੇ ਨਾਲ, ਭਟਕਣਾ ਦੇ ਨਾਲ ਸਹੀ ਰਸਤਾ ਛੱਡਤਾ ਹੈ ਤੂੰ। ਆਸਨ ਪਵਨ ਦੂਰ ਕਰ ਬਾਵਰੇ, ਛੋੜ ਕਪਟ ਨਿਤ ਹਰ ਭਜ ਬਾਵਰੇ, ਕਹਿੰਦੇ ਇਹ ਆਸਣ ਲਾਉਣੇ ਜਿਹੜੇ ਹੈਗੇ ਆ ਜੋਗੀਆਂ ਵਾਲੇ, ਜੋਗ ਦੇ ਆਸਣ ਜਿਹੜੇ ਹੈਗੇ ਆ, ਤੇ ਇਹ ਜਿਹੜੇ ਸਵਾਸ ਚੜਾਉਣੇ ਜਿਹੜੇ ਹੈਗੇ ਆ, ਕਹਿੰਦੇ ਇਹਨਾਂ ਨੂੰ ਦੂਰ ਕਰ ਪਾਗਲਾ। ਇਹ ਕੋਈ ਭਗਤੀ ਨਹੀਂ ਹੈਗੀ, ਇਹ ਕੋਈ ਜਿਹੜਾ ਹੈਗਾ ਲਿਵ ਵਾਲਾ ਰਸਤਾ ਨਹੀਂ ਹੈਗਾ। ਕਪਟ ਛੱਡ, ਅੰਦਰੋਂ ਆਪਣੇ ਮਨ ਨੂੰ ਦੇਖ, ਆਪਣੇ ਵਿਚਾਰਾਂ ਨੂੰ ਦੇਖ। ਇਹਦੇ ਵਾਸਤੇ ਸਹਾਇਕ ਹੈਗਾ ਭਜਨ, ਨਿਤ ਹਰ ਭਜ ਬਵਰੇ, ਨਿਤ ਧਿਆਨ ਸਿਮਰਨ ਕਰ, ਇਹ ਪਾਗਲਾ ਰਹਾਓ। ਹਾਂਜੀ ਵੀਰ ਜੀ। ਹਾਂਜੀ, ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਇੱਕ ਚੀਜ਼ ਨੂੰ ਆਪ ਜਸਟ ਧਿਆਨ ਨਾਲ ਵੇਖੋ। ਪਹਿਲੀ ਤੁਕ 'ਚ ਕਹਿ ਰਹੇ ਨੇ ਡੰਡਾ, ਮੁੰਦਰਾ, ਖਿੰਥਾ, ਆਧਾਰੀ, ਛੋੜੀ, ਇਹ 4 ਜਿਹੜੇ ਇੱਕ ਬਾਹਰੀ ਚਿੰਨ੍ਹ ਨੇ। ਜਿੱਦਾਂ ਆਪਣੇ ਧਰਮ ਦੇ ਵਿੱਚ ਆਪਣੇ ਚਿੰਨ੍ਹ ਹੈਗੇ ਆ, ਠੀਕ ਹੈ, ਉਸੇ ਤਰ੍ਹਾਂ ਇਹ ਜੋਗੀਆਂ ਦੇ ਚਿੰਨ੍ਹ ਹੈਗੇ ਨੇ। ਭਰਮ ਕੇ ਭਾਏ ਭਵੇ ਭੇਖ ਧਾਰੀ, ਕਹਿੰਦੇ ਕਿ ਇੱਥੇ ਭਰਮ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਚੀਜ਼ ਨਹੀਂ ਆ ਉਹਨੂੰ ਸਮਝ ਲੈਣਾ, ਬਸ ਧੋਖਾ। ਮਤਲਬ ਜੋ ਨਹੀਂ ਆ ਉਹਨੂੰ ਸਮਝ ਲੈਣਾ, ਜੋ ਹੈ ਉਹਨੂੰ ਨਹੀਂ ਸਮਝਣਾ। ਕੁਝ ਏਦਾਂ ਦਾ ਕਰਨਾ, ਮੀਨਿੰਗਲੈਸ ਕਹਿ ਲੋ, ਬੇਮਤਲਬ, ਰੱਸੀ ਨੂੰ ਸੱਪ ਸਮਝ ਲਿਆ। ਹੁਣ ਆਸਾਨ ਜਿਹਾ ਕੰਮ, ਭਾਰੀ ਭੇਖ ਜਿਹੜਾ ਬਦਲਾ ਕਰਨਾ ਨਾ ਬਹੁਤ ਈਜ਼ੀ ਹੈ। ਆਪ ਖਾਸ ਕਰਕੇ ਬਾਣੀ ਨੂੰ ਪੜ੍ਹੋ। ਬਾਣੀ ਦੇ ਵਿੱਚ ਖਾਸ ਕਰਕੇ ਬਾਹਰੀ ਰੂਪ ਦੀ ਇੰਨੀ ਸ਼ਲਾਘਾ ਨਹੀਂ ਕੀਤੀ, ਜੇ ਲਾਈਕ ਨਹੀਂ ਕੀਤਾ ਉਹਨਾਂ ਨੇ। ਉਹਨਾਂ ਕਿਹਾ, ਉਹਨਾਂ ਨੂੰ ਪਤਾ ਹੈ ਕਿ ਬੰਦਾ ਤੇ ਇੱਕ ਮਿੰਟ 'ਚ ਇੰਨੇ ਤੋਤੇ ਵਾਂਗੂ ਪਾਠ ਪੜ੍ਹ ਲੈਣਾ। ਨਿਜਾ ਸਾਹਿਬ, ਹਾਂਜੀ ਬਿਲਕੁਲ ਇਹੀ ਗੱਲ ਆ। ਤੁਸੀਂ ਵੇਖ ਲਓ, ਬਾਣੀ 'ਚ ਇਹ ਵੀ ਨਹੀਂ ਕਿਹਾ ਰਿਪੀਟ ਕਰੋ ਬਾਣੀ। ਉਹ ਕਹਿੰਦੇ ਸਮਝੋ, ਬਾਣੀ ਬ੍ਰਹਮ ਵਿਚਾਰ ਬਿਰਲਾ ਵਿਚਾਰੇ, ਵਿਚਾਰੋ ਇਹਨੂੰ। ਉਹਨਾਂ ਰਿਪੀਟ ਕਰਨੀ ਕਿਤੇ ਨਹੀਂ ਕਿਹਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੰਦਿਰਾਂ 'ਚ ਜਿਹੜੇ ਮੰਤਰ ਆ ਇਹ ਪੜ੍ਹਦੇ ਨੇ। ਗਾਇਤਰੀ ਮੰਤਰ ਵੇਖੋ ਕਿੱਦਾਂ ਪੜ੍ਹਦੇ ਲੋਕ, ਹੋਰ ਮੰਤਰ ਬਹੁਤ ਪੜ੍ਹਦੇ ਲੋਕ, ਮੰਤਰ ਪੜ੍ਹਦੇ ਆ, ਬਾਰ-ਬਾਰ ਰਿਪੀਟ ਕਰਦੇ ਆ। ਉਹ ਚੀਜ਼ਾਂ ਨੂੰ ਉਹਨਾਂ ਨੇ ਐਕਸੈਪਟ ਨਹੀਂ ਕੀਤਾ, ਮਨਾ ਕੀਤਾ ਸਾਨੂੰ ਵੀ ਕਰਨ ਤੋਂ। ਕਿਉਂ ਕੀਤਾ? ਕਿਉਂਕਿ ਸਾਨੂੰ ਸਮਝਾਉਣਾ ਚਾਹੁੰਦੇ ਆ, ਸਾਨੂੰ ਗਿਆਨ ਦੇਣਾ ਚਾਹੁੰਦੇ ਆ। ਮੈਂ ਇੱਕ ਚੀਜ਼ ਆਪ ਜੀ ਨੂੰ ਕਹਿਣਾ ਚਾਹੁੰਦਾ, ਆਪਾਂ ਜ਼ਿੰਦਗੀ 'ਚ ਕੋਈ ਕੰਮ ਕਰਦੇ ਆ, ਕੋਈ ਵੀ ਕੰਮ ਕਰਦੇ ਆ, ਪਰ ਆਪਾਂ ਇਹ ਤੇ ਵੇਖਦੇ ਆ ਨਾ ਕਿ ਇਹ ਕੰਮ ਦੇ ਵਿੱਚ ਮੈਨੂੰ ਕੀ ਪ੍ਰਾਪਤ ਹੋਊਗਾ। ਮੇਜਰ ਸਾਹਿਬ, ਇਹ ਕਾਮਨ ਸੈਂਸ ਹੈ ਨਾ? ਬਿਲਕੁਲ। ਆਪਾਂ ਕੋਈ ਵੀ ਕੰਮ ਕਰਦੇ ਆ, ਘਰ ਦੀ ਸਫਾਈ ਕੀਤੀ, ਹੁਣ ਮੈਂ ਸਵੇਰ ਦਾ ਸਫਾਈ ਕਰਨੇ ਆ, ਪਰ ਮੈਂ 7-8 ਮਹੀਨੇ ਤੇ ਸਫਾਈ ਕਰਨੇ ਆ, ਪਰ ਮੈਂ ਜੇ ਥੋੜੀ ਵਕਲ ਰੱਖਦਾ ਹੈ ਤੇ ਮੈਨੂੰ ਪਤਾ ਤਾਂ ਹੋਵੇ ਨਾ ਕਿ ਮੈਂ ਜਿੱਥੇ ਸਫਾਈ ਕਰ ਰਿਹਾ ਉੱਥੇ ਕੋਈ ਪ੍ਰੋਗਰੈਸ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਇਹ ਸਵਾਲ ਤੇ ਕਾਮਨ ਸੈਂਸ ਹੈ ਮੇਜਰ ਸਾਹਿਬ। ਬਿਲਕੁਲ, ਇਹੀ ਸਵਾਲ ਤਾਂ ਜਿਹੜਾ ਹੈਗਾ, ਇਹੀ ਤਾਂ ਕਬੀਰ ਜੀ ਕਹਿ ਰਹੇ, ਕਹਿੰਦੇ ਕਿ ਤੂੰ ਕਰ ਕੀ ਰਿਹਾ ਆ? ਭਰਮ ਕੇ ਭਾਏ, ਤੈਨੂੰ ਜਿਹੜਾ ਹੈਗਾ ਭੇਖ ਦੇ ਨਾਲ ਹੀ ਪਿਆਰ ਪੈ ਗਿਆ ਹੈ ਭਾਈ।
ਇਹ ਭੇਖ ਜਿਹੜਾ ਹੈਗਾ ਇਹ ਤਾਂ ਤੂੰ ਭਟਕ ਰਿਹਾ ਹੈ, ਰਸਤੇ ਸਹੀ ਰਸਤਾ ਛੱਡਤਾ ਹੈ ਤੂੰ। ਭਵੈ ਕਹਿੰਦੇ ਭਵ ਰਿਹਾ ਹੈ, ਭਟਕ ਰਿਹਾ ਹੈ। ਭੇਖ ਧਾਰੀ, ਹੇ ਭੇਖ ਧਾਰੀਆ, ਇਹ ਭੇਖ ਧਾਰਨ ਕਰਕੇ ਤੂੰ ਧਰਮ ਤੋਂ ਦੂਰ ਚਲਾ ਗਿਆ ਹੈ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ। ਵੇਖ ਲਓ ਉਹਨਾਂ ਨੇ ਤਸਦੀਕ ਕੀਤਾ, ਕਹਿੰਦੇ ਕਿ ਤੂੰ ਅਸਲ ਤੋਂ ਦੂਰ ਹੋ ਗਿਆ ਹੈ, ਮੂਲ ਜਿਹੜਾ ਛੱਡਦਾ ਹੈ ਕਿਤੇ ਹੋਰ ਚਲ ਗਿਆ ਹੈ। ਹਾਂ, ਪਰ ਜਿੱਥੇ ਵੀ ਤੂੰ ਗਿਆ ਉਹ ਸਹੀ ਨਹੀਂ ਹੈਗਾ, ਉਹ ਗਲਤ ਆ, ਕਿਉਂਕਿ ਉੱਥੇ ਰਿਜ਼ਲਟ ਨਹੀਂ ਮਿਲ ਰਿਹਾ ਤੈਨੂੰ। ਬਸ ਬਸ। ਔਰ ਇਹ ਸਵਾਲ ਤੇਰਾ ਹੈ, ਜੀਵਨ ਤੇਰਾ ਹੈ, ਸਵਾਸ ਤੇਰੇ ਹੈ, ਔਰ ਧੋਖਾ ਕਿਹਨੂੰ ਦੇ ਰਿਹਾ? ਸਹੀ ਹੈ ਨਾ ਨਿੱਜਰ ਸਾਹਿਬ? ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਆਪਾਂ ਲੋਕ ਪਤਾ ਕੀ ਕਰਦੇ ਆ, ਮੈਂ ਧਾਰਮਿਕ ਪਤਾ ਕਿਉਂ ਹੋਇਆ ਵਾਂ, ਮੈਂ ਲੋਕਾਂ ਨੂੰ ਦਿਖਾਉਣਾ ਚਾਹੁੰਦਾ, ਲੋਕ ਲਾਈਕ ਕਰ ਮੇਰੇ ਬਾਹਰੋਂ ਜਿਹੜੇ ਮੇਰਾ ਰੂਪ ਆ ਬੜਾ ਈਜ਼ੀਲੀ ਉਹ ਦਿਖਦਾ ਹੈ, ਬਹੁਤ ਈਜ਼ੀਲੀ, ਔਰ ਲੋਕ ਬਹੁਤ ਐਕਸਪੈਕਟ ਕਰਦੇ ਆ। ਅੱਜ ਮੈਂ ਹੈਰਾਨ ਹੋ ਗਿਆ, ਮੈਂ ਨਿੱਜਰ ਸਾਹਿਬ ਉੱਥੇ ਨਾ ਕਲੀਨਿਕ ਦੇ ਵਿੱਚ ਬਾਬਾ ਜੀ ਦਾ ਪ੍ਰਕਾਸ਼ ਕਰਨਾ ਸੀ, ਸੁਖਮਨੀ ਸਾਹਿਬ ਦਾ ਪਾਠ ਕੀਤਾ। ਦੋ ਜਗ੍ਹਾ ਗੁਰਦੁਆਰਿਆਂ 'ਚ ਮੈਂ ਗਿਆ, ਨਾਲ ਬਾਬਾ ਜੀ ਵੀ ਹੈਗੇ, ਤੇ ਉਹਨਾਂ ਨੇ ਸਰੂਪ ਹੀ ਨਹੀਂ ਦਿੱਤਾ। ਨਿੱਜਰ ਸਾਹਿਬ ਕਹਿੰਦੇ ਜੀ ਸਾਡਾ ਬਾਬਾ ਲੈ ਕੇ ਜਾਓ। ਉਹ ਮੈਂ ਕਿਹਾ ਤੁਹਾਡਾ ਬਾਬਾ ਵੀ ਨਾਲ ਲੈ ਲੈਂਦੇ ਆ, ਪਰ ਪਾਠ ਅਸੀਂ ਆਪਣੇ ਬਾਬੇ ਤੋਂ ਕਰਾਉਣਾ। ਤੇ ਨਹੀਂ, ਉਹ ਨਾ ਸਾਡੀ ਮਰਿਆਦਾ ਨਹੀਂ ਹੈਗੀ, ਅਸੀਂ ਨਹੀਂ ਦੇ ਸਕਦੇ, ਸਾਡੀ ਕਮੇਟੀ ਨੇ ਮਨਾ ਕੀਤਾ। ਮੈਂ ਕਮੇਟੀ ਨੇ ਕੋਈ ਨਹੀਂ ਮਨਾ ਕੀਤਾ, ਕਿਉਂਕਿ ਤੁਹਾਡੇ ਮਨ 'ਚ ਲਾਲਚ ਆ ਗਿਆ ਕਿ ਉੱਥੇ 1000-1500 ਮਿਲੂਗਾ। ਬਿਲਕੁਲ ਬਿਲਕੁਲ ਇਹੀ ਪ੍ਰੋਬਲਮ ਹੈਗੀ ਨਾ। ਆਪਾਂ ਜਿਹੜੇ ਧਰਮ ਨੂੰ, ਬਾਹਰੀ ਚਿੰਨ੍ਹਾਂ ਨੂੰ, ਧਰਮ ਨੂੰ ਜਿਹੜਾ ਹੈਗਾ ਮਾਇਆ ਦੇ ਅਰਥਾਂ ਦੇ ਵਿੱਚ ਵਰਤ ਰਹੇ ਹਾਂ ਆਪਾਂ। ਇਹ ਵੀ ਕਬੀਰ ਸਾਹਿਬ ਇਸੇ ਸ਼ਬਦ ਦੇ ਵਿੱਚ ਆਪਾਂ ਨੂੰ ਸਮਝਾਉਣਗੇ। ਅਰਥ ਮੈਂ ਪਹਿਲੇ ਦਿਨ ਤੋਂ ਕੁਝ ਕਿਹਾ ਨਹੀਂ, ਫਿਰ ਮੈਂ ਦੂਜੇ ਨੂੰ ਕਿਹਾ, ਮੈਂ ਕਿਹਾ ਭਾਈ ਮੈਂ ਇਹ ਜਿਹੜਾ ਕਰ ਰਹੇ ਜੋ ਤੇ ਪਾਪ ਆ। ਹਾਂ, ਮੈਂ ਕਿਹਾ ਤੁਸੀਂ ਪਾਣੀ ਨੂੰ ਰੋਕ ਰਹੇ ਜੋ ਨਿਰਮਲ। ਮੈਂ ਕਿਹਾ ਉਹ ਇਹ ਕੰਮ ਤੇ ਮੈਂ ਕਿਹਾ ਪਹਿਲਾਂ ਹੋ ਚੁੱਕਿਆ ਸੀ ਦਰਬਾਰ ਸਾਹਿਬ 'ਚ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮੰਗਵਾਇਆ ਇਸ ਸਰੂਪ, ਤੁਸੀਂ ਉਦੋਂ ਵੀ ਰੋਕ ਲਿਆ ਸੀ। ਉਹ ਫਿਰ ਕਹਿੰਦੇ ਕਿ ਪੜਨ ਵਾਲੇ ਅੰਨੇ ਹੋਏ ਰਹਿਣਗੇ ਅਕਲੋਂ। ਮੈਂ ਕਿਹਾ ਤੁਸੀਂ ਉਹ ਬਾਣੀ ਨੂੰ ਪੜ੍ਹਦੇ ਜੋ, ਬਾਣੀ 'ਚ ਕੀ ਲਿਖਿਆ? ਫਿਰ ਮੈਨੂੰ ਬੜਾ ਹੈਰਾਨ ਜਿਹਾ ਹੋਇਆ। ਫਿਰ ਮੈਂ ਆਪਣੇ ਮਹੱਲੇ 'ਚ ਆ ਗਿਆ, ਇੱਥੇ ਤੇ ਮਿਲ ਹੀ ਜਾਣਾ ਸੀ ਸਰੂਪ। ਅਸੀਂ ਲੈ ਕੇ ਗਏ, ਅਸੀਂ ਚਲੋ ਆਪਣਾ ਜੋ ਸਾਡੀ ਭਾਵਨਾ ਸੀ, ਅਸੀਂ ਚਾਹੁੰਦੇ ਹਾਂ ਕਿ ਕੰਮ ਖੋਲਿਆ ਤੇ ਬਾਬਾ ਜੀ ਦੇ ਚਰਨ ਪੈਣੇ ਚਾਹੀਦੇ, ਕਿਉਂਕਿ ਸਾਡਾ ਪਿਓ ਆ। ਪਰ ਮੈਂ ਹੈਰਾਨ ਹੋ ਗਿਆ ਕਿ ਦੁਨੀਆ ਦਾ ਇਹ ਵੀ ਰੂਪ ਹੈਗਾ। ਉਹ ਬਾਬਾ ਮੇਰੇ ਨਾਲ ਆ, ਚੰਗਾ ਭਲਾ ਬਾਬਾ ਨਾਲ, ਪਰ ਦੇਖੋ ਸਾਧ ਸੰਗਤ ਜੀ ਆਪਾਂ ਕਿੱਥੇ ਫਸੇ ਆ। ਕੀ ਹੈ ਸਾਡੀ ਸੋਚ? ਇੱਕ ਆਪਾਂ ਕੀ ਕਰ ਰਹੇ ਹਾਂ? ਔਰ ਸਾਡਾ ਧਰਮ ਇੰਨਾ ਉੱਚਾ ਸੀ, ਇਹਨਾਂ ਲੋਕਾਂ ਨੇ ਖਤਮ ਕਰਕੇ ਰੱਖ ਦਿੱਤਾ। ਉਹ ਭਾਈ ਕਨ੍ਹਈਆ ਜੀ ਉਹ ਮੁਸਲਮਾਨਾਂ ਨੂੰ ਪਾਣੀ ਪਿਆ ਰਹੇ ਨੇ। ਆਪ ਜਸਟ ਸੋਚੋ ਕਿ ਆਪਾਂ ਕਿਹੜੀ ਕੌਮ ਆ, ਆਪਣੀ ਕਿੰਨੀ ਗੈਰਤ ਸੀ। ਫਿਰ ਉਹਨਾਂ ਨੇ ਕੰਪਲੇਂਟ ਕਰਤੀ, ਉਹ ਜੀ ਕਹਿੰਦੇ ਕਿ ਭਾਈ ਕਨ੍ਹਈਆ ਨੂੰ ਪੁੱਛੋ ਜੀ, ਇਹ ਤੇ ਦੁਸ਼ਮਣਾਂ ਨੂੰ ਪਾਣੀ ਪਿਆ ਰਹੇ ਨੇ। ਤੇ ਫਿਰ ਉਹ ਕਹਿੰਦੇ ਕਿ ਕਨ੍ਹਈਆ ਜੀ ਤੁਸੀਂ ਪਾਣੀ ਪਿਆ ਰਹੇ ਜੋ? ਕਹਿੰਦੇ ਹਾਂਜੀ। ਕਹਿੰਦਾ ਮੈਨੂੰ ਤੇ ਦੇਦਾ ਹੀ ਨਹੀਂ, ਆਪਣਾ ਕਿਹੜਾ ਬੇਗਾਨਾ ਕਿਹੜਾ, ਤੇ ਨਾਲੇ ਸਾਡੇ 'ਚ ਕਿਹੜਾ ਹੈਗਾ ਵਾ ਜਿਹੜਾ ਪਿੰਡ ਦੇ ਲਾਗੇ ਘੁੰਮ ਕੇ ਕਵੇ ਕਿ ਸਾਰੇ ਮੇਰੇ ਭਰਾ ਵਾ। ਨਿੱਜਰ ਸਾਹਿਬ ਬਿਲਕੁਲ ਇਹ ਤੇ ਗੱਲਾਂ ਕਹਿਣੀਆਂ ਵਾਲੀਆਂ ਨਾ। ਇੱਥੇ ਵੇਖੋ ਬ੍ਰਹਮ ਗਿਆਨੀ ਦੀ ਅਵਸਥਾ ਕਿੱਦਾਂ ਵਹਿੰਦੇ ਪਏ ਨੇ, ਉਹਨਾਂ ਦੀ ਨਜ਼ਰ ਤੇ ਹੈ ਹੀ ਨਹੀਂ ਕੋਈ। ਉਹ ਤੇ ਅਵਸਥਾ 'ਚ ਉੱਥੇ ਬੈਠੇ, ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਤੇ ਜਿਨ੍ਹਾਂ ਨੂੰ ਜੇ ਪਾਣੀ ਪਿਆਇਆ ਤੇ ਉਹਨਾਂ ਦਾ ਹਿਰਦਾ ਚੇਂਜ ਹੋ ਗਿਆ, ਉਹ ਤੁਹਾਡੇ ਤੇ ਵਾਰ ਨਹੀਂ ਕਰ ਸਕਦਾ ਕੋਈ। ਪਰ ਇਹ ਗੱਲ ਹੈਗੀ ਆ, ਪ੍ਰਚਾਰ ਕਰਨ ਵਾਲੇ ਤੇ ਕਹੀ ਜਾਂਦੇ ਆ ਕਿ ਬਾਬਾ ਜੀ ਉਹ ਲੜਦੇ ਸਾਡੇ ਨਾਲ, ਪਰ ਨਹੀਂ, ਤੁਸੀਂ ਜਦੋਂ ਝੁਕਦੇ ਜੋ ਨਾ ਤੇ ਅਗਲਾ ਵੀ ਝੁਕ ਜਾਂਦਾ। ਇਹ ਬਿਲਕੁਲ ਗੱਲ ਸਹੀ ਆ। ਫਿਰ ਆਪਾਂ ਫਿਰ ਬਾਣੀ ਤੇ ਵਾਪਸ ਆ ਜਾਂਦੇ ਆ। ਇਹ ਪੁਆਇੰਟ ਤੁਹਾਡੇ ਨਾਲ ਡਿਸਕਸ ਇਸ ਕਰਕੇ ਕੀਤਾ ਹੈ ਕਿ ਹਾਲਾਤ ਨੇ ਏਦਾਂ ਦੇ। ਮੈਨੂੰ ਉਹਨਾਂ ਤੋਂ ਗੁੱਸਾ ਤਾਂ ਨਹੀਂ ਆਇਆ, ਪਰ ਮੈਨੂੰ ਰੋਸ ਆਇਆ ਕਿ ਕਿੱਦਾਂ ਦੇ ਲੋਕ ਨੇ, ਕਿੱਦਾਂ ਦੇ ਲੋਕ, ਕਿੱਦਾਂ ਦੀ ਸੋਚ। ਹੁਣ ਮੈਂ ਤੇ ਇਹੋ ਕਰਦਾ ਸੀ ਲਾਈਕ ਕਿ ਜਿਹੜੀ ਜਗ੍ਹਾ ਤੋਂ ਆਪਾਂ ਕੰਮ ਕਰਨਾ ਹੈ ਉਹਦੇ ਲਾਗੇ ਕਿੰਨੇ ਗੁਰਦੁਆਰੇ, 200 ਮੀਟਰ 'ਚ 300 ਮੀਟਰ 'ਚ ਗੁਰਦੁਆਰੇ। ਉਹ ਕਹਿੰਦੇ ਕਿ ਬਾਬਾ ਜੀ ਸਾਡੇ ਕੋਲ ਨਾ ਪਹਿਲਾਂ ਅਪੁਆਇੰਟਮੈਂਟ ਲੈਣੀ ਪੈਂਦੀ। ਤੇ ਮੈਂ ਅਪੁਆਇੰਟਮੈਂਟ ਤਾਂ ਲਈਏ ਨਾ ਕਿ ਬੜਾ ਇੱਥੇ ਸਕੈਜੂਲ ਬਹੁਤ ਟਾਈਟ ਆ, ਕੋਈ ਪਤਾ ਨਹੀਂ ਕਿੰਨੇ ਕੁ ਅਖੰਡ ਪਾਠ ਕਰਾ ਰਹੇ ਨੇ। ਮੈਂ ਰੂਪ ਦੇ ਸਾਹਮਣੇ ਪਏ ਨੇ। ਤੇ ਨਹੀਂ ਜੀ ਸਾਡੇ ਸਾਨੂੰ 3-4 ਦਿਨ ਪਹਿਲਾਂ ਦੱਸੋ। ਤੇ ਮੈਂ ਠੀਕ ਹੈ ਭਾਈ, ਕੋਈ ਗੱਲ ਨਹੀਂ। ਮੈਂ ਉੱਥੇ ਕਿਸੇ ਘਰੇ ਗਿਆ, 2 ਮਿੰਟ 'ਚ ਲੈ ਕੇ ਆ ਗਏ। ਜਸਟ ਸੋਚੀਏ ਕਿ ਆਪਾਂ ਕਿੱਥੇ ਫਸੇ ਹੋਏ ਹਾਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਲੋਕ ਨਾ ਬਿਜਨਸ ਦੀ ਤੌਰ ਤੇ ਇਸਤੇਮਾਲ ਕਰ ਰਹੇ ਨੇ। ਇਹ ਕੋਈ ਧਾਰਮਿਕ ਲੋਕ ਨਹੀਂ ਹੈਗੇ। ਇਹ ਮਨ 'ਚੋਂ ਵਰਕਾ ਪਾੜ ਦੀਏ ਕਿ ਇਹ ਜਿੰਨੇ ਵੀ ਬੈਠੇ ਨੇ ਬੜੇ, ਜਿੰਨਾ ਮੇਕਅਪ ਕੀਤਾ ਹੈ, ਆਹ ਦੇਖੋ ਮੇਕਅਪ ਵਾਲਿਆਂ ਦੀ ਗੱਲ ਜੇ ਇਹ ਸਾਰੀ ਚੱਲ ਰਹੀ। ਬਿਲਕੁਲ। ਇਹ ਜਸਟ ਪਲੀਜ਼, ਇਹਨੂੰ ਮੈਂ ਨਹੀਂ ਕਹਿੰਦਾ ਕਿ ਜੋਗੀਆਂ ਨੂੰ ਕਿਹਾ ਗਿਆ, ਨਹੀਂ ਆਪਾਂ ਨਹੀਂ ਕਿਹਾ ਹੋ ਜਾਂ ਨਾ ਹੋ। ਮੈਂ ਐਵੇਂ ਕਹਦਾ ਕਿ ਮੈਂ ਇੱਥੇ ਜੋਗੀਆਂ ਦੀ ਗੱਲ ਕਰਦਾ,
ਫਿਰ ਮੈਂ ਰੋਂਗ ਆ। ਕਥਾ ਵਰਤਮਾਨ ਬਹਿ ਕੇ ਗੱਲ ਕਰਨੀ ਪੈਣੀ ਆ, ਤੁਹਾਡੇ ਨਾਲ ਸਾਹਮਣੇ ਬਹਿ ਕੇ ਗੱਲ ਕਰਨੀ ਪੈਣੀ ਆ। ਔਰ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹਨੂੰ ਐਕਸੈਪਟ ਕਰੋ। ਜਿਹੜੀ ਚੀਜ਼ ਤੁਹਾਨੂੰ ਨਹੀਂ ਪਸੰਦ ਉਹਨੂੰ ਛੱਡ ਦਿਓ। ਜਿੱਦਾਂ ਆਪਾਂ ਫਰੂਟ ਦੀ ਦੁਕਾਨ ਤੇ ਜਾਂਦੇ ਹਾਂ, ਜਿਹੜੀ ਚੀਜ਼ ਚੰਗੀ ਆ ਆਪਾਂ ਚੱਕ ਲੈਂਦੇ ਹਾਂ। ਉੱਥੇ 200-400 ਕਿਲੋ ਸੇਬ ਪਏ ਨੇ, ਅੰਬ ਪਏ ਨੇ, ਆਪਣਾ ਕੋਈ ਲੈਣਾ ਦੇਣਾ ਨਹੀਂ ਆ। ਆਪਾਂ ਜਿਹੜੇ ਕਿਲੋ 1.5 ਕਿਲੋ ਚੁੱਕਣੇ ਦੇ ਉਹ ਚੁੱਕ ਲਓ। ਇਹ ਕਥਾ ਦੇ ਵਿੱਚ ਜਿਹੜੀ ਤੁਹਾਨੂੰ ਚੀਜ਼ ਚੰਗੀ ਲੱਗਦੀ ਉਹ ਚੁੱਕ ਲਓ, ਤੇ ਜਿਹੜੀ ਚੀਜ਼ ਨਹੀਂ ਲੱਗਦੀ ਤੇ ਫਰੂਟ ਨੂੰ ਛੱਡ ਦਿਓ ਉੱਥੇ। ਉਹ ਸਾਡਾ ਕੰਸਰਨ ਨਹੀਂ ਹੈਗਾ। ਠੀਕ ਹੈ ਜੀ। ਇੱਥੇ ਜਿਹੜੀ ਗੱਲ ਕੀਤੀ ਆ ਬਾਹਰੀ ਚਿੰਨ੍ਹਾਂ ਦੀ ਗੱਲ ਕੀਤੀ ਆ, ਗੱਲ ਕੇਵਲ ਬਾਹਰੀ ਚਿੰਨ੍ਹਾਂ ਦੀ ਨਹੀਂ ਆ, ਸਾਨੂੰ ਉਸ ਜੀਵਨ ਨੂੰ ਬਣਾਉਣਾ ਪਊਗਾ। ਚਲੋ ਉਹਨਾਂ ਬਾਬਿਆਂ ਨੂੰ ਆਪਾਂ ਛੱਡ ਦਈਏ, ਆਪਾਂ ਗੱਲ ਕਰੀਏ ਆਪਣੀ ਕਿ ਕਿਤੇ ਆਪਾਂ ਤਾਂ ਨਹੀਂ ਏਦਾਂ ਕਰ ਰਹੇ। ਠੀਕ ਨੀ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਹੁਣ ਆਪਾਂ ਅੱਗੇ ਚੱਲਦੇ ਹਾਂ। ਕਹਿੰਦੇ ਕਿ ਭਰਮ ਕੇ ਭਾਏ ਭਵੇ ਭੇਖਧਾਰੀ। ਕਹਿੰਦੇ ਭਰਮ ਦੇ ਵਿੱਚ ਫਸੇ ਲੋਕ ਤੇ ਭੇਖਧਾਰੀ ਇੱਕ ਕੇਵਲ ਬਾਹਰੀ ਰੂਪ ਬਦਲ ਕੇ ਲੋਕ ਘੁੰਮ ਰਹੇ ਨੇ। ਭਵੇ ਦਾ ਮਤਲਬ ਘੁੰਮਣਾ। ਆਪ ਵੀ ਉਹ ਕਿਸੇ ਨੂੰ ਨਹੀਂ ਧੋਖਾ ਦੇ ਰਹੇ, ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ। ਬਿਲਕੁਲ। ਉਹ ਬੰਦਾ ਕੀ ਕਰ ਰਿਹਾ ਹੈ, ਆਹ ਜਿਹੜੇ ਭਰਮ ਦੇ ਵਿੱਚ ਫਸ ਜਾਂਦਾ ਬੰਦਾ, ਉਹ ਪਤਾ ਕੀ ਸੋਚਦਾ ਵਾ, ਉਹ ਸੋਚਦਾ ਵਾ ਕਿ ਮੈਂ ਲੋਕਾਂ ਨੂੰ ਧੋਖਾ ਦੇ ਰਿਹਾ। ਪਰ ਉਹ ਇਹ ਗੱਲ ਭੁੱਲ ਹੀ ਜਾਂਦਾ, ਬੇਵਕੂਫਾ, ਤੂੰ ਲੋਕਾਂ ਨੂੰ ਕੀ ਦੇਣਾ, ਤੂੰ ਆਪਣੇ ਆਪ ਨੂੰ ਵੀ ਧੋਖਾ ਦੇ ਰਿਹਾ ਨਾਲ। ਸਭ ਤੋਂ ਪਹਿਲਾਂ ਤਾਂ ਤੂੰ ਲੁੱਟਿਆ ਜਾ ਰਿਹਾ। ਉਹ ਬਾਣੀ ਚ ਕਹਿੰਦੇ ਕਿ ਮੂਸੇ ਜਿਹੜੇ ਹੈਗੇ ਉਹ ਚੋਰੀ ਕਰਦੇ ਆ ਤੇਰੀਆਂ ਅੱਖਾਂ ਦੇ ਸਾਹਮਣੇ, ਤੇਰੇ ਕੰਨਾਂ ਦੇ ਸਾਹਮਣੇ। ਤੇਰਾ ਗਿਆਨ ਇੰਦਰੀ ਉੱਥੇ ਹੈਗੇ ਨੇ, ਫਿਰ ਵੀ ਚੋਰੀ ਕਰਕੇ ਲੈ ਜਾਂਦੇ ਨੇ। ਇਹ ਲੋਕ ਵੀ ਆਪਣੇ ਘਰੋਂ ਚੋਰੀ ਕਰਾ ਰਹੇ ਨੇ। ਠੀਕ ਹੈ ਜੀ। ਆਸਨ ਪਵਨ ਦੂਰ ਕਰ ਬਾਵਰੇ। ਕਹਿੰਦੇ ਇਹ ਆਸਣ ਲਾਉਣੇ ਜਿਹੜੇ ਹੈ ਜੋਗੀਆਂ ਵਾਲੇ, ਤੇ ਪਵਨ ਜਿਹੜੀ ਹੈਗੀ ਇਹ ਬਾਹਰੀ ਚਿੰਨ, ਬਾਹਰੀ ਭੇਖ ਜਿਹੜੇ ਹੈਗੇ ਇਹਨਾਂ ਨੂੰ ਦੂਰ ਕਰ। ਸਵਾਸ ਚੜਾਉਣੇ ਜਿਹੜੇ ਹੈਗੇ ਆ, ਇਹ ਰਿਚਕ ਕੁੰਭਕ ਪੂਰਕ ਜਿਹੜੇ ਹੈਗੇ ਦਸਮ ਦੁਆਰ ਤੇ ਜਿਹੜਾ ਹੈਗਾ ਸਵਾਸ ਚੜਾਉਣਾ ਹੈ। ਤੂੰ ਉੱਥੇ ਸਵਾਸ ਜਿਹੜੇ ਹੈਗੇ ਬੰਦ ਕਰਦਾ ਹੈ, ਬੜਾ ਪਸੀਨੋ ਪਸੀਨੀ ਹੋ ਜਾਂਦਾ ਹੈ। ਆਸਨ ਪਵਨ ਦੂਰ ਕਰ ਬਾਵਰੇ, ਛੋੜ ਕਪਟ ਨਿਤ ਹਰ ਭਜ ਬਾਵਰੇ। ਕਹਿੰਦੇ ਦੇਖ ਆਪਣੇ ਅੰਦਰ ਦੇ ਕਪਟ ਛੱਡ, ਤੂੰ ਜਿਹੜਾ ਹੈ ਦੂਸਰਿਆਂ ਨੂੰ ਜਿਹੜਾ ਹੈਗਾ ਧੋਖਾ ਦਿੰਦਾ ਹੈ, ਦੂਸਰਿਆਂ ਨੂੰ ਲੁੱਟਦਾ ਹੈ, ਆਹ ਚੀਜ਼ ਛੱਡ। ਤੇਰੇ ਅੰਦਰ ਮਾਇਆ ਨੇ ਘਰ ਬਣਾ ਕੇ ਬੈਠਾ ਹੋਇਆ, ਮਾਇਆ ਦੀ ਖਾਤਰ ਤੂੰ ਸਾਰਾ ਕੁਛ ਕਰਦਾ ਹੈ। ਕਹਿੰਦੇ ਇਹ ਛੱਡ ਦੇ ਭਾਈ, ਛੋੜ ਕਪਟ ਨਿਤ ਹਰ ਭਜ ਬਾਵਰੇ। ਨਿਤ ਜਿਹੜਾ ਹੈਗਾ ਆਹ ਨਿਤ ਨੇ ਬੜਾ ਭਜਨ ਨੂੰ, ਧਿਆਨ ਸਿਮਰਨ ਨੂੰ ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਕਹਿੰਦੇ ਆਸਨ ਪਵਨ ਦੂਰ ਕਰ ਬਵਰੇ। ਦੋ ਗੱਲਾਂ ਨੇ ਤੇ ਇੱਥੇ ਨੋਟ ਕੀਤੀਆਂ ਤੁਸੀਂ। ਦੇਖੋ, ਇੱਕ ਤਾਂ ਆਸਨ ਦੀ ਗੱਲ ਕਰਦੇ, ਇੱਕ ਪਵਨ ਦੀ ਗੱਲ ਕਰਦੇ। ਜਿਹੜੇ ਤੁਸੀਂ ਸਵਾਸਾਂ ਸੋਚਾਂ ਦੇ ਚੱਕਰਾਂ ਚ ਫਿਰਦੇ ਹੋ ਨਾ, ਬਿਲਕੁਲ ਕੀ ਕਿਹਾ ਸਵਾਸਾਂ ਦੇ ਨਾਲ ਤੁਹਾਡੀ ਸਿਹਤ ਚੰਗੀ ਹੋ ਸਕਦੀ ਆ। ਬਾਕੀ ਜੇ ਤੁਸੀਂ ਸੋਚੋ ਕਿ ਪਰਮਾਤਮਾ ਦੇ ਨਾਲ ਤੁਹਾਡਾ ਕੋਈ ਸੰਬੰਧ ਜੁੜ ਜੂਗਾ, ਉਹਦਾ ਇਹ ਇੱਕ ਅਲੱਗ ਚੀਜ਼। ਠੀਕ ਹੈ, ਇਹ ਡਿਫਰੈਂਟ ਸਟੋਰੀ ਆ। ਬਟ ਇਹ ਹੈ ਕਿ ਲੋਕੀ ਏਦਾਂ ਹੀ ਕਰ ਕੁਰ ਦਿੰਦੇ ਨੇ। ਜਿੱਦਾਂ ਆਪਣੇ ਧਰਮ ਚ ਕਈ ਚੀਜ਼ਾਂ ਵੇਖੋ, ਕਰਮਕਾਂਡ ਜੁੜੇ ਹੋਏ ਨੇ, ਕਿ ਆਪਾਂ ਲੋਕਾਂ ਨੂੰ ਵੇਖ ਕੇ ਕਰੀ ਜਾਂਦੇ ਆ। ਤੇ ਉਹ ਕੀ ਹੁੰਦਾ ਹੈ, ਉਹ ਕਹਿੰਦੇ ਕਿ ਇਹ ਠੀਕ ਹੈ, ਤੇਰੀ ਸਿਹਤ ਲਈ ਚੰਗੇ ਨੇ। ਆਸਨ ਚ ਬਹਿਣਾ, ਇੱਕ ਆਸਨ ਚ ਬਹਿਣ ਦੇ ਨਾਲ ਕੀ ਹੁੰਦਾ ਕਿ ਸਾਡੇ ਸਰੀਰ ਚ ਜਿਹੜੀ ਨਾ ਫਲੈਕਸੀਬਿਲਿਟੀ ਵੱਧਦੀ ਹੈ, ਲਚਕ ਵੱਧ ਜਾਂਦੀ ਹੈ। ਪਰ ਜੇ ਸੋਚਿਆ ਹੋਵੇ ਕਿ ਮੈਂ ਇੱਥੇ ਆਸਨ ਚ ਬੈਠਾ ਤੇ ਬੰਗਲੇ ਵਾਂਗੂ ਬੈਠਾ ਹੈ, ਤੇ ਫਿਰ ਉਹਦੇ ਨਾਲ ਅਧਿਆਤਮਿਕ ਦਾ ਕੀ ਕਨੈਕਸ਼ਨ ਹੈ, ਉਹ ਇੱਕ ਅਲੱਗ ਇਸ਼ੂ ਹੈਗਾ। ਠੀਕ, ਉਹ ਅਲੱਗ ਪੁਆਇੰਟ ਆ। ਫਿਰ ਕਹਿੰਦੇ ਛੋਟ ਕਪਟ ਨਿਤ ਹਰ ਭਜ ਭਵਰੇ। ਹੁਣ ਆ ਵੇਖ ਲੋ, ਆ ਗਏ ਨੇ, ਸਿੱਧਾ ਪਹੁੰਚ ਗਏ ਨਾ ਪੁਆਇੰਟ ਤੇ। ਉਹ ਕਹਿੰਦੇ ਕਪਟ ਛੱਡੋ, ਤੇ ਨਿਤ ਦਾ ਮਤਲਬ ਹਰ ਦਿਨ, ਤੇ ਬਵਰੇ ਉਹਨੂੰ ਭੱਜ ਕਰੋ, ਉਹਨੂੰ ਯਾਦ ਕਰ ਪਰਮਾਤਮਾ ਨੂੰ। ਕਹਿੰਦੇ ਕਪਟ ਛੱਡ। ਜਿਹੜੀਆਂ ਚਲਾਕੀਆਂ ਕਰਦੇ ਆ ਨਾ, ਉਹਦੀ ਗੱਲ ਕਰਦੇ ਆ ਨਿੱਜਰ ਸਾਹਿਬ, ਬਾਹਰੀ ਭੇਸ ਦੀ ਤੇ ਗੱਲ ਹੀ ਨਹੀਂ ਕਰ ਰਹੇ ਹੋ। ਬਿਲਕੁਲ। ਕਿਉਂਕਿ ਉਹਨਾਂ ਨੂੰ ਪਤਾ ਲੋਕੀ ਬੰਗਲੇ ਦੇ ਰੂਪ ਚ ਬੈਠੇ ਹੋਏ ਨੇ, ਕੱਪੜੇ ਬਾਹਰੋਂ ਚੇਂਜ ਕੀਤੇ ਨੇ, ਅੰਦਰੋਂ ਉਹਨਾਂ ਦੀ ਬਿਰਤੀ ਜਿਹੜੀ ਆ ਉਹ ਬੰਗਲੇ ਵਾਲੀ ਆ। ਮੱਛੀਆਂ, ਉਹ ਜਿੱਥੇ ਵੀ ਜਾਊਗਾ, ਕਿ ਇਸੇ ਲਈ ਬਾਣੀ ਚ ਲਿਖਿਆ ਜੋਗੀ ਦੇ ਅੰਦਰ ਜੋਗੀ ਤੇ ਭੋਗੀ ਦੇ ਅੰਦਰ ਭੋਗੀ। ਜਿਹੜਾ ਜੋਗੀ ਆ ਨਾ, ਉਹਨੂੰ ਭਾਵੇਂ ਨਰਕ ਚ ਭੇਜ ਦੋ, ਉਹਨੇ ਉੱਥੇ ਜੋਗੀ ਰਹਿਣਾ ਵਾ। ਕਿਉਂਕਿ ਜਿੱਥੇ ਗਿਆ ਉੱਥੇ ਹੀ ਸਵਰਗ ਹੋ ਜਾਣਾ ਵਾ। ਤੇ ਭੋਗੀ ਲਈ ਉਹਨੂੰ ਭਾਵੇਂ ਕਿ ਸਵਰਗ ਚ ਭੇਜ ਦੋ, ਉਹਨੇ ਇੱਥੇ ਭੋਗ ਲੋਕੀ ਜਣੇ। ਕਿਉਂਕਿ ਉਹਦਾ ਅੰਦਰ ਦਾ ਜਿਹੜਾ ਦੇਖਣ ਵਾਲਾ ਸ਼ੀਸ਼ਾ ਹੈ, ਉਹਦੀ ਵੇਖਣ ਦੀ ਜਿਹੜੀ ਹੈਗੀ ਆ ਸ਼ਕਤੀ, ਉਹ ਭੋਗ ਦੇ ਬਰੀ ਹੈ, ਉਹਨੂੰ ਭੋਗ ਹੀ ਦਿਖਣਾ ਹੈ। ਠੀਕ ਹੈ ਜੀ। ਬਿਲਕੁਲ। ਅੱਗੇ ਚਲੀ ਨੇ ਸਰ। ਜੇ ਤੂੰ ਜਾਚੇ ਸੋ ਤਿਰ ਭਵਨ ਭੋਗੀ। ਕਹਿੰਦੇ ਤੂੰ ਜਿਹੜਾ ਹੈਗਾ ਜੋਗੀ ਬਣ ਕੇ ਜਿਹੜਾ ਹੈਗਾ ਭੇਖ ਧਾਰਨ ਕਰਕੇ ਵੀ ਮਾਇਆ ਦੀ ਹੀ ਤੇਰੇ ਅੰਦਰ ਖਿੱਚ ਹੈਗੀ ਆ। ਤੂੰ ਮਾਇਆ ਦੇ ਨਾਲ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਹੀ ਤੇਰੀ ਬਿਰਤੀ ਜੁੜੀ ਰਹਿੰਦੀ ਆ।
ਇਹਨਾਂ ਖੱਡਿਆਂ 'ਚ ਹੀ ਗੱਡੀ ਮਾਰੀ ਜਾਂਦਾ ਹੈ। ਕਹਿੰਦੇ ਜੇ ਤੂੰ ਜਾਚੇ ਸੋ ਤੇਰੇ ਭਵਨ ਭੋਗੀ। ਕਹਿੰਦੇ ਬਾਕੀ ਦੁਨੀਆ ਵੀ ਤਾਂ ਇਹੀ ਕੁਛ ਕਰ ਰਹੀ ਹੈ। ਤਿੰਨ ਭਵਨਾਂ ਧਰਤ ਪਤਾਲ ਆਕਾਸ਼, ਸਾਰਾ ਸੰਸਾਰ ਇਹੀ ਕੁਛ ਤਾਂ ਕਰ ਰਿਹਾ। ਇਸੇ ਭੋਗ ਨੂੰ, ਮਾਇਆ ਨੂੰ ਹੀ ਭੋਗ ਰਿਹਾ ਹੈ। ਕਹਿ ਕਬੀਰ ਕੇਸੋ ਜਗ ਜੋਗੀ। ਕਹਿੰਦੇ ਉਹ ਮਾਲਕ ਪਰਮਾਤਮਾ, ਕੇਸ਼ੋ ਜਿਹੜਾ ਮਾਲਕ ਪਰਮਾਤਮਾ ਹੈਗਾ ਭਾਈ, ਉਹਦੇ ਨਾਲ ਤਾਂ ਤੂੰ ਜੁੜ ਨਹੀਂ ਰਿਹਾ। ਜੱਗ ਦੇ ਵਿੱਚ ਜੁੜਨ ਵਾਲਾ ਚੀਜ਼ ਜਿਹੜੀ ਹੈਗੀ ਉਹ ਤਾਂ, ਉਹ ਜਗ ਜੋਗੀ ਜਿਹੜਾ ਹੈਗਾ ਉਹ ਤਾਂ ਕੇਸ਼ੋ ਹੈਗਾ, ਉਹ ਤਾਂ ਪਰਮਾਤਮਾ ਹੈ। ਪਰਮਾਤਮਾ ਦੇ ਨਾਲ ਤੂੰ ਤਾਂ ਜੋੜ ਹੀ ਨਹੀਂ ਕਰ ਰਿਹਾ। ਉਸ ਪਾਸੇ ਜੁੜਨ ਦੀ ਤਾਂ ਤੂੰ ਜਿਹੜਾ ਹੈਗਾ ਕੋਈ ਉਸ ਪਾਸੇ ਤੋਂ ਤਾਂ ਉਲਟ ਜਾਣ ਦੀ ਕੋਸ਼ਿਸ਼ ਕਰ ਰਿਹਾ ਤੂੰ। ਉਸ ਮਾਲਕ ਪਰਮਾਤਮਾ ਦੇ ਨਾਲ ਜੁੜਨ ਦੀ ਤਾਂ ਬਹੁਤ ਹੀ ਘੱਟ ਕੋਈ ਟਾਵਾਂ ਬੰਦਾ ਜਿਹੜਾ ਹੈਗਾ, ਐਹਨਿਸ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ, ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ। ਉਹ ਤਾਂ ਕਰੋੜਾਂ ਦੇ ਵਿੱਚ ਕੋਈ ਟਾਵਾਂ ਹੈਗਾ ਜਿਹੜਾ ਕੇਸ਼ਵ ਨੂੰ ਆਪਣਾ ਮਿੱਤਰ ਬਣਾਉਂਦਾ ਹੈ, ਜਿਹੜਾ ਮਾਲਕ ਪਰਮਾਤਮਾ ਦੇ ਨਾਲ ਜੋੜ ਮੇਲਾ ਕਰਦਾ ਹੈ ਭਾਈ, ਉਹ ਕੋਈ ਟਾਵਾਂ ਹੁੰਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਫਿਰ ਉੱਪਰਲੀ ਤੁਕ ਦੇਖੋ, ਕਹਿੰਦੇ ਜੇ ਤੂੰ ਜਾਚੇ ਤੇ ਤ੍ਰਿਪਨ ਭੋਗੀ। 153 ਭੋਗ ਤੇ ਧਰਤ ਪਤਾਲ ਆਕਾਸ਼ ਦੇ ਜੀਵ ਉਹੀ ਭੋਗ ਰਹੇ ਭਾਈ, ਉਸੇ ਦੀ ਡਿਮਾਂਡ ਹੈ। ਕਹਿੰਦੇ ਜੇ ਤੂੰ ਜਾਚੇ, ਤੇ ਜਿਨ੍ਹਾਂ ਤੂੰ ਦੇਖ ਰਿਹਾ, ਜਿਨ੍ਹਾਂ ਦੇ ਨਾਲ ਤੂੰ ਘੁੰਮ ਰਿਹਾ, ਉਹ ਸਾਰੇ ਤ੍ਰਿਪਨ ਭੋਗੀ ਆ। ਨਹੀਂ, ਜੇ ਤੂੰ ਜਾਚੇ, ਜਿਹੜੇ ਤੇਰੇ ਅੰਦਰੋਂ ਪਰਮਾਤਮਾ ਦੀ ਭੁੱਖ ਹੀ ਹੈ ਨੀ ਗੀ, ਤੇਰੀ ਜਾਚਨਾ ਹੀ ਜਿਹੜੀ ਹੈਗੀ ਆ ਮਾਇਆ ਦੀ ਹੈਗੀ ਆ। ਜੇ ਤੂੰ ਜਾਚੇ ਸੋ ਤਿਰਭਵਨ ਭੋਗੀ। ਧਰਤ ਪਤਾਲ ਆਕਾਸ਼ ਦੇ ਲੋਕੀ ਜਿਹੜੇ ਤਿੰਨ ਭਵਨਾਂ ਦੇ ਲੋਕੀ ਇਹੀ ਚੀਜ਼ ਤਾਂ ਭੋਗ ਰਹੇ ਆ, ਇਸੇ ਮਾਇਆ ਦੀ। ਤਾਂ ਉਹਨਾਂ ਦੀ ਵੀ ਤੇਰੇ ਤੇ ਉਹਨਾਂ ਦੇ ਵਿੱਚ ਕੀ ਫਰਕ ਹੈਗਾ? ਤੂੰ ਵੀ ਮਾਇਆ ਹੀ ਚਾਹ ਰਿਹਾ, ਤੂੰ ਪਰਮਾਤਮਾ ਨੂੰ ਤਾਂ ਚਾਹ ਨਹੀਂ ਰਿਹਾ। ਕਹਿ ਕਬੀਰ ਕੇਸੋ ਜਗ ਜੋਗੀ। ਜਗ ਦੇ ਵਿੱਚ ਜੋਗ ਕਰਨ ਵਾਲੀ ਚੀਜ਼ ਤਾਂ ਮਾਲਕ ਪਰਮਾਤਮਾ ਹੈ, ਉਹਦੀ ਭਗਤੀ ਕਰਨੀ ਆ, ਉਹ ਤੂੰ ਕਰ ਨਹੀਂ ਰਿਹਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਕਾਫੀ ਕਲੀਅਰ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਜੋ ਤੂੰ ਕਰ ਰਿਹਾ ਹੈ ਨਾ, ਉਹ ਦੂਜੇ ਵੀ ਇਹੋ ਕੁਝ ਕਰ ਰਹੇ ਆ। ਹਾਂ ਵੀ ਸਿੰਪਲ ਆ ਕਿ ਤੇਰੇ ਮਨ 'ਚ ਇੱਕ ਗਲਤ ਫਹਿਮੀ ਬੈਠੀ ਹੈ ਕਿ ਤੂੰ ਹੀ ਪਤਾ ਨਹੀਂ ਕਿੱਡੇ ਕੁ ਵੱਡੇ ਜੋਗੀ ਹੋ ਗਏ, ਜੋ ਭਗਤ ਹੋ ਗਏ, ਜੋ ਕਹਿੰਦੇ ਨਜ਼ਰ ਮਾਰੋ ਤੁਹਾਡੇ ਜਿਹੜੇ ਗੁਨਾਹ ਨੇ ਲੁਕੇ ਨੇ ਲੋਕਾਂ ਕੋਲ, ਪ੍ਰਗਟ ਨਹੀਂ ਆ, ਪਰ ਉਹ ਵਿਚਾਰਾ ਫਸ ਗਿਆ, ਉਹ ਫੜਿਆ ਗਿਆ, ਇਸ ਕਰਕੇ ਰੌਲਾ ਜ਼ਿਆਦਾ ਹੈ। ਪਰ ਜੇਕਰ ਦੇਖਿਆ ਜਾਵੇ ਤੇ ਸਾਡਾ ਜੀਵਨ ਜੇਕਰ ਮੱਛੀਆਂ ਦੇ ਵਿੱਚ ਹੀ ਹੈ ਤੇ ਫਿਰ ਅਸੀਂ ਵੀ ਤਾਂ ਉਹੀ ਆ ਨਿੱਜਰ ਸਾਹਿਬ। ਬਿਲਕੁਲ ਉਹੀ ਹੈ। ਕਬੀਰ ਸਾਹਿਬ ਉਧਰ ਵੀ ਤਾਂ ਇਹੀ ਕੁਛ ਕਹਿ ਰਹੇ ਆ ਨਾ, ਜੇ ਮਾਰਗ ਪੰਡਤ ਗਏ ਪਾਛੇ ਪੜੀ ਬਹੀਰ। ਬਿਲਕੁਲ ਉਹੀ ਦੀ ਉਹੀ ਗੱਲ ਕਰ ਰਹੇ ਆ। ਇੱਕ ਔਗਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਦੇਖ ਲਓ ਸੇਮ ਦੀ ਸੇਮ ਗੱਲ ਇੱਥੇ ਕਹਿ ਰਹੇ ਆ। ਸਾਧ ਸੰਗਤ ਜੀ ਕਹਿੰਦੇ ਮੂੰਹ ਦੇ ਬੁਰੇ ਹੋ ਜਾਓ, ਕਿਤੇ ਦਿਲੋਂ ਨਾ ਬੁਰੇ ਹੋਏ। ਜਿਹੜਾ ਬੰਦਾ ਮੂੰਹ ਦਾ ਬੁਰਾ ਹੁੰਦਾ ਨਾ, ਉਹ ਤੇ ਕਿਹਦਾ ਕੀ ਨੁਕਸਾਨ ਕਰੂਗਾ, 2-3 ਗਾਲਾਂ ਹੀ ਕੱਢ ਦੂਗਾ। ਪਰ ਜਦੋਂ ਬੰਦਾ ਦਿਲੋਂ ਬੁਰਾ ਹੋ ਜਾਂਦਾ ਹੈ ਨਾ, ਬਹੁਤ ਮਾੜਾ ਹੁੰਦਾ ਹੈ। ਇਸ ਕਰਕੇ ਕੋਸ਼ਿਸ਼ ਕਰਨੀ ਹੈ ਆਪਣੇ ਆਪ ਨੂੰ ਇਸ ਚੀਜ਼ ਤੋਂ ਬਚਾਉਣਾ, ਅੰਦਰੋਂ ਮਾੜੇ ਨਹੀਂ ਹੋਣਾ। ਪਰ ਜੇ ਕੋਈ ਬੰਦਾ ਤੁਹਾਡਾ ਸਕਰੀਬੀ ਆ, ਸੱਜਣ ਆ, ਦੇਖੋ ਏਦਾਂ ਤੇ ਕੁਝ ਨਹੀਂ ਹੁੰਦਾ ਕਿ ਹੁਣ ਮੈਂ ਇੱਕ ਕਾਰ ਖਰੀਦੀ ਆ ਤੇ ਨਿੱਜਰ ਸਾਹਿਬ ਮੈਂ ਕਹਾਂ ਇਹਦੀਆਂ ਲਾਈਟਾਂ ਬੜੀਆਂ ਵਧੀਆ ਵਾ, ਇਹਦੀਆਂ ਸੀਟਾਂ ਮੈਨੂੰ ਬੜੀਆਂ ਵਧੀਆ ਲੱਗਦੀਆਂ ਨੇ, ਇਹਦੇ ਟਾਇਰ ਮੈਨੂੰ ਪਸੰਦ ਨਹੀਂ, ਇਹਦੇ ਗੇਅਰ ਮੈਨੂੰ ਪਸੰਦ ਨਹੀਂ ਹੈ। ਏਦਾਂ ਆਪਾਂ ਕਰਦੇ ਹਾਂ। ਵੈਸੇ ਜੀਵਨ ਸਾਥੀ ਦੇ ਵਿੱਚ ਆਪਾਂ ਅਕਸਰ ਏਦਾਂ ਕਰਦੇ ਹਾਂ। ਆਪਾਂ ਪਤਾ ਕੀ ਕਰਦੇ ਹਾਂ, ਉਹਨੂੰ ਆਪਾਂ ਨਾ ਇੱਕ ਪਤਾ ਨਹੀਂ ਸਾਡੇ ਅੰਦਰ ਕੋਈ ਮੈਜ਼ਰਮੈਂਟ ਕਰਨ ਵਾਲਾ ਮੀਟਰ ਆ, ਅਸੀਂ ਉਹਦੇ ਆਧਾਰ ਤੇ ਇੱਕ ਫੈਸਲਾ ਕਰਦੇ ਹਾਂ ਕਿ ਉਹਦੀਆਂ ਚੰਗੀਆਂ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ ਨੇ ਤੇ ਕੁਝ ਗੱਲਾਂ ਮਾੜੀਆਂ ਵੀ ਹੁੰਦੀਆਂ ਨੇ, ਤੇ ਅਸੀਂ ਮਤਲਬ ਉਹ ਕਾਰ ਵਾਂਗੂ ਜੱਜਮੈਂਟ ਕਰਦੇ ਹਾਂ। ਪਰ ਮੈਂ ਤਾਂ ਕਹਿੰਦਾ ਕਿ ਕੋਈ ਵੀ ਚੀਜ਼ ਆ ਉਹ ਤੇ ਕੰਪਲੀਟ ਹੀ ਹੈ ਨਾ ਨਿੱਜਰ ਸਾਹਿਬ। ਹਾਂਜੀ ਹਾਂ, ਤੇ ਜੇ ਉਹ ਕੰਪਲੀਟ ਹੈਗੀ ਤੇ ਉਹਨੂੰ ਕੰਪਲੀਟ ਦੇ ਰੂਪ 'ਚ ਐਕਸੈਪਟ ਕਰੋ। ਜੇ ਆਪਾਂ ਕਿਸੇ ਨੂੰ ਪਿਆਰ ਕਰਦੇ ਹਾਂ, ਦੇਖੀਏ ਪਿਆਰ ਦਾ ਮਤਲਬ ਇਹ ਹੁੰਦਾ ਵਾ ਕਿ ਉਹ ਜੋ ਵੀ ਹੈਗਾ ਉਹਨੂੰ ਕੰਪਲੀਟ ਆ, ਉਹਨੂੰ ਉਸ ਦੇ ਰੂਪ 'ਚ ਐਕਸੈਪਟ ਕਰੋ। ਉਹਦਾ ਦੋਸ਼ ਨਹੀਂ ਹੈਗਾ ਵਿਚਾਰੇ ਦਾ, ਪਰ ਆਪਾਂ ਬਲੇਮ ਕਰਦੇ ਹਾਂ। ਪਰ ਕਈ ਵਾਰੀ ਆਪਾਂ ਕੇਵਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸਲ ਦੇ ਵਿੱਚ ਜੇ ਤੇ ਸਾਡੀ ਅਟੈਂਸ਼ਨ ਹੈ ਕਿ ਉਹਨੂੰ ਅਸੀਂ ਇੰਪਰੂਵਮੈਂਟ ਕਰਨਾ ਚਾਹੁੰਦੇ ਹਾਂ, ਉਹਨੂੰ ਚੰਗਾ ਇਨਸਾਨ ਬਣਾਉਣਾ ਚਾਹੁੰਦੇ ਹਾਂ, ਤੇ ਫਿਰ ਤੇ ਸਾਡੀ ਅਟੈਂਸ਼ਨ ਬਹੁਤ ਵਧੀਆ। ਪਰ ਉਹਦਾ ਮਤਲਬ ਤੇ ਇਹੋ ਹੀ ਆ ਕਿ ਟੀਕਾ ਲਾਉਣ ਤੋਂ ਪਹਿਲਾਂ ਅਗਲੇ ਨੂੰ ਪੁੱਛ ਲਓ ਬਈ ਤੈਨੂੰ ਦਰਦ ਹੋਣੀ, ਥੋੜੀ ਜਿਹੀ ਟੀਕਾ ਲਾਵਾਂ, ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਐਵੇਂ ਛੱਡਲੀ ਟੀਕਾ ਲਾ ਦੋ ਤੇ ਅਗਲਾ ਰੌਲਾ ਪਾ ਦੇ। ਤੋ ਕਈ ਵਾਰੀ ਏਦਾਂ ਹੁੰਦਾ ਵਾ ਕਿ ਕਈਆਂ ਨੇ ਕਹਾਵਤ ਹੈਗੀ, ਕਹਿੰਦੇ ਕਿਸੇ ਨੇ ਪੋਤੇ ਨੂੰ ਘਿਓ ਪਿਆਤਾ, ਉਹ
ਘਿਓ ਪਿਆਤਾ ਤੇ ਖੋਤਾ ਕੋ ਰੌਲਾ ਪਾਤਾ, ਕਹਿੰਦਾ ਮੇਰੇ ਕੰਨ ਮਰੋੜੀ ਜਾਂਦਾ। ਪਹਿਲੀ ਗੱਲ ਖੋਤੇ ਨੂੰ ਤੇ ਘਿਓ ਪਿਆਉਂਦਾ ਨਹੀਂ ਆ, ਪਰ ਉੱਤੋਂ ਖੋਤਾ ਕਹਿੰਦਾ ਨਹੀਂ ਜੀ ਇਹ ਉਹਦਾ ਪੁੰਨ ਨਹੀਂ ਦਿਖਿਆ ਕਿ ਪਹਿਲੀ ਗੱਲ ਤੇ ਤੂੰ ਆਮਾ ਸਵਾਹ ਚ ਲੇਟਦਾ ਹੈ, ਤੈਨੂੰ ਚੰਗੀ ਚੀਜ਼ ਖਾਣ ਨੂੰ ਨਹੀਂ ਮਿਲਦੀ, ਘਾਸ ਖਾਣਾ ਸੁੱਕੀ, ਤੇ ਤੈਨੂੰ ਕਹਿੰਦੇ ਜੇ ਘਿਓ ਦਾ ਨਾਲ ਪਿਆਤੀ ਆ ਤੇ ਤੂੰ ਥੈਂਕ ਯੂ ਕਹਿ, ਨਹੀਂ ਜੀ ਨਹੀਂ ਇਹਨੇ ਮੇਰੇ ਕੰਨ ਮਰੋੜੇ। ਸੋ ਕਈ ਵਾਰੀ ਆਪਾਂ ਕਈਆਂ ਦਾ ਭਲਾ ਵੀ ਕਰਨਾ ਚਾਹੁੰਦੇ ਆ, ਉਹ ਅਟੈਂਸ਼ਨ ਸਾਡੀ ਵਧੀਆ ਹੁੰਦੀ ਆ ਪਰ ਅਗਲਾ ਬੰਦਾ ਉਹ ਗਲਤ ਲੈਂਦਾ। ਪਰ ਦੇਖੋ ਇਹ ਬੜਾ ਜ਼ਰੂਰੀ ਆ, ਕਈ ਵਾਰੀ ਥੋੜਾ ਸਖਤ ਵੀ ਹੋਣਾ ਪੈਂਦਾ। ਹੁਣ ਮੈਂ ਵੀ ਕਈਆਂ ਨਾਲ ਸਖਤ ਹੁੰਦਾ, ਆਪਣੇ ਪਰਿਵਾਰ ਨੂੰ ਮੈਂ ਪਿਆਰ ਨਾਲ ਵੀ ਸਮਝਾਉਂਦਾ, ਗੁੱਸੇ ਨਾਲ ਵੀ ਸਮਝਾਉਂਦਾ। ਉਹਦਾ ਕਾਰਨ ਕੇਵਲ ਮੇਰਾ ਇਹ ਅਟੈਂਸ਼ਨ ਨਹੀਂ ਆ ਕਿ ਮੈਂ ਉਹਨਾਂ ਨੂੰ ਛੋਟਾ ਕਰਨਾ ਚਾਹੁੰਦਾ ਜਾਂ ਮਾੜਾ ਕਰਨਾ ਚਾਹੁੰਦਾ। ਉਹਨਾਂ ਦਾ ਮਤਲਬ ਇਹ ਹੁੰਦਾ ਕਿ ਜਦੋਂ ਮੂਰਤੀ ਨੂੰ ਘੜਦੇ ਆ ਨਾ ਆਪਾਂ, ਤੇ ਥੋੜੀ ਉਦੋਂ ਸਬਲ ਥੋੜਾ ਵਰਤਣਾ ਪੈਂਦਾ, ਕਿਉਂਕਿ ਥੋੜਾ ਬਹੁਤਾ ਪੱਥਰ ਤੇ ਆਪਣੇ ਟੁੱਟ ਜਾਂਦਾ ਹੈ, ਥੋੜਾ ਵੱਡਾ ਤੋੜਨਾ ਹੋਵੇ ਫਿਰ ਉਹਨੂੰ ਅਗਲੇ ਨੂੰ ਲੱਗਦਾ ਜ਼ਰੂਰ ਗੁੱਸਾ ਵਾ। ਮੈਂ ਇਹ ਨਹੀਂ ਕਹਿੰਦਾ ਕਿ ਉਹਨੇ ਤੁਹਾਨੂੰ ਲਾਈਕ ਕਰਨਾ, ਪਰ ਜਦੋਂ ਉਹ ਚੀਜ਼ ਨੂੰ ਤਰਾਸ਼ਣਾ ਹੁੰਦਾ ਹੈ, ਇੱਕ ਛੋਟਾ ਬੱਚਾ ਵਾ, ਆਪਾਂ ਉਹਨੂੰ ਤਰਾਸ਼ਣਾ ਹੈ, ਸਾਡੀ ਇੱਕ ਜ਼ਿੰਮੇਵਾਰੀ ਹੈ। ਦੇਖੋ ਜ਼ਿੰਦਗੀ ਦੇ ਵਿੱਚ ਨਾ, ਜੇ ਤੁਸੀਂ ਸੋਚਦੇ ਨਾ ਕਿ ਤੁਸੀਂ ਸਫਲ ਹੋਏ ਜਾਂ ਅਸਫਲ ਹੋਏ, ਇੱਕ ਛੋਟਾ ਜਿਹਾ ਪੈਮਾਨਾ ਤੁਹਾਨੂੰ ਮੈਂ ਦੱਸਦਾ, ਜੇ ਤੁਸੀਂ ਚੰਗੇ ਇਨਸਾਨ ਬਣ ਗਏ ਜੋ ਤਾਂ ਸਮਝ ਲਓ ਤੁਸੀਂ ਸਫਲ ਹੋ ਗਏ। ਬੜਾ ਹੀ ਸੌਖਾ ਕੰਮ, ਛੱਡ ਦੋ ਸਭ ਕੁਝ ਛੱਡ ਦੋ। ਨਿੱਜਰ ਸਾਹਿਬ ਹਾਂਜੀ ਬਿਲਕੁਲ, ਇਸ ਤੋਂ ਵੱਡੀ ਕੋਈ ਜਜਮੈਂਟ ਹੈਗੀ ਹੋਰ ਕੋਈ ਨਾ? ਤੁਸੀਂ ਜੋ ਆਏ ਸੀ ਤੁਸੀਂ ਉਸ ਤੋਂ ਵੱਧ ਇੰਪਰੂਵ ਹੋ ਗਏ ਜੋ, ਤੁਸੀਂ ਇੱਕ ਵਧੀਆ ਇਨਸਾਨ ਬਣ ਗਏ ਜੋ, ਬਿਲਕੁਲ ਤੁਸੀਂ ਇੱਕ ਵਧੀਆ ਪਿਓ ਬਣ ਗਏ, ਵਧੀਆ ਮਾਂ ਬਣ ਗਏ, ਵਧੀਆ ਭੈਣ ਬਣ ਗਏ, ਵਧੀਆ ਭਰਾ ਬਣ ਗਏ, ਵਧੀਆ ਪਤਨੀ ਬਣ ਗਏ, ਵਧੀਆ ਪਤੀ ਬਣ ਗਏ, ਵਧੀਆ ਪੁੱਤ ਬਣ ਗਏ, ਵਧੀਆ ਧੀ ਬਣ ਗਈ। ਹੋਰ ਕੀ ਬਣਨਾ ਹੈ ਤੁਸੀਂ? ਜੇ ਤੁਸੀਂ ਇਹ ਦੋ ਚਾਰ ਇੰਨਾ ਆਪਣੇ ਆਪ ਨੂੰ ਤੁਸੀਂ ਇੰਪਰੂਵ ਕਰ ਲਿਆ। ਧਾਰਮਿਕ ਜੀਵਨ ਦਾ ਮਤਲਬ ਪਤਾ ਕੀ ਹੈ? ਦੇਖੋ ਬ੍ਰਹਮ ਗਿਆਨੀ ਹੋਣਾ, ਬ੍ਰਹਮ ਗਿਆਨੀ ਦਾ ਮਤਲਬ ਇੱਕ ਵਧੀਆ ਇਨਸਾਨ ਜਿਹੜਾ ਸੋਚਦਾ ਹੈ ਬੋਲਣ ਤੋਂ ਪਹਿਲਾਂ, ਕਰਨ ਤੋਂ ਪਹਿਲਾਂ ਕਿ ਮੈਂ ਮੂੰਹ ਚੋਂ ਲਫ਼ਜ਼ ਕੱਢਾਂਗਾ ਅਗਲੇ ਨੂੰ ਕੀ ਪ੍ਰਭਾਵ ਪਊਗਾ, ਉਹ ਕੀ ਸੱਚੀ ਜੋ ਮੈਂ ਲਫ਼ਜ਼ ਕਹਿ ਰਿਹਾ ਇਹ ਜ਼ਰੂਰੀ ਨੇ, ਇਹਦਾ ਕੋਈ ਫਾਇਦਾ ਹੈਗਾ ਕਿਤੇ ਐਵੇਂ ਤੇ ਨਹੀਂ ਮੈਂ ਬੋਲੀ ਜਾ ਰਿਹਾ। ਤੋ ਗੱਲਾਂ ਜਿਹੜੀਆਂ ਹੁੰਦੀਆਂ ਨੇ, ਜੇਕਰ ਇੱਕ ਆਪਾਂ ਸੋਚਦੇ ਹਾਂ ਕਿ ਮੈਂ ਜੀਵਨ ਦੇ ਵਿੱਚ ਸਫਲ ਹੋ ਗਿਆ ਵਾਂ, ਇੱਕ ਚੰਗਾ ਇਨਸਾਨ ਬਣ ਗਿਆ ਵਾਂ, ਤੇ ਸਮਝ ਲਓ ਕਿ ਤੁਹਾਡਾ ਧਰਤੀ ਤੇ ਆਉਣਾ ਸਫਲ ਹੈ। ਤੇ ਜੇ ਤੁਸੀਂ ਆਪਣੇ ਆਪ ਨੂੰ ਚੰਗਾ ਇਨਸਾਨ ਨਹੀਂ ਬਣਾ ਪਾਏ, ਭਾਵੇਂ ਜਿੱਥੇ ਮਰਜ਼ੀ ਤੁਰੇ ਫਿਰੀ ਆ, ਉੱਪਰ ਜਿਹੜਾ ਲਿਖਿਆ ਵਾ ਸਾਰਾ ਕੁਝ ਉਹਨਾਂ ਬਾਰੇ ਲਿਖਿਆ ਜੀ। ਆਸਣ ਉਸਣ ਦੀ ਗੱਲ ਕਰਦੇ ਨੇ, ਆ ਜਿਹੜੀ ਥੱਲੇ ਵੇਖੋ ਤੁਕ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ, ਡੰਡਾ ਫੜਿਆ, ਮੁੰਦਰਾਂ ਪਾਈਆਂ ਕੰਚ ਤੇ ਥਿੰਥਾ ਤੇ ਆਧਾਰੀ, ਤੇ ਫਿਰ ਕਹਿੰਦੇ ਆ ਕਿ ਭੇਖ ਆ। ਭੇਖ ਮਤਲਬ ਤੂੰ ਆਪਣੇ ਆਪ ਨੂੰ ਵੀ ਧੋਖਾ ਦੇ ਰਿਹਾ, ਲੋਕਾਂ ਨੂੰ ਵੀ ਧੋਖਾ ਦੇਈ ਜਾ ਰਿਹਾ, ਔਰ ਜੀਵਨ ਤੇ ਤੇਰਾ ਉੱਥੇ ਖਲੋਤਾ ਹੈ। ਇੱਥੇ ਫਿਰ ਤੁਕ ਚ ਵੇਖੋ, ਆ ਫਿਰ ਵੇਖੋ, ਇਹ ਗੱਲਾਂ ਮੈਂ ਨਹੀਂ ਜੇ ਕਹਿ ਰਿਹਾ, ਬਾਣੀ ਬੋਲ ਰਹੀ ਹੈ। ਜੇ ਤੁਸੀਂ ਥੋੜਾ ਜਿਹਾ ਧਿਆਨ ਮਾਰੋ, ਇਸ ਲਈ ਨਿੱਜਰ ਸਾਹਿਬ ਨੇ ਬਾਣੀ ਵੀ ਨਾਲ ਲਈ ਆ ਕਿ ਰਿਕਾਰਡਿੰਗ ਦੇ ਵਿੱਚ ਤੁਸੀਂ ਵੇਖੋ ਬਾਅਦ ਦੇ ਵਿੱਚ ਕਿ ਤੁਹਾਨੂੰ ਪਤਾ ਲੱਗ ਜੇ। ਛੋਟ ਕਪਟ, ਉਹ ਗੱਲ ਕਪਟ ਦੀ ਗੱਲ ਕਰਦੇ ਆ, ਤੇ ਉਹ ਕਹਿੰਦੇ ਆ ਕਿ ਤੂੰ ਇੱਕ ਚੰਗੀ ਬੁੱਧੀ ਲੈ ਕੇ ਚੱਲ, ਤੂੰ ਬੇਈਮਾਨ ਨਾ ਬਣ, ਤੂੰ ਇਮਾਨਦਾਰ ਇਨਸਾਨ ਬਣ। ਤੇਰੀ ਜ਼ਿੰਦਗੀ ਦਾ ਮਕਸਦ ਕੀ ਹੈ? ਤੂੰ ਕੁਛ ਦੇਣਾ ਚਾਹੁੰਦਾ ਸੰਸਾਰ ਨੂੰ? ਬੜੇ ਲੋਕ ਜ਼ਰੂਰਤਾਂ ਵੰਡਦੇ ਨੇ ਹੈਗੇ, ਔਰ ਕਿਤੇ ਖੋਈ ਤੇ ਨਹੀਂ ਜਾ ਰਿਹਾ ਤੂੰ ਗਲਤ ਚੀਜ਼ਾਂ, ਉਹ ਮਾੜੀ ਚੀਜ਼ ਹੈ। ਤੇ ਅਜੇ ਵੀ ਸਮਾਂ ਹੈਗਾ, ਕਹਿੰਦੇ ਆ ਛੋਟ ਕਪਟ ਨਿਤ ਹਰ ਭੱਜ ਬਵਰੇ। ਉਹ ਕਹਿੰਦੇ ਆ ਕਿ ਤੂੰ ਹਾਂ ਜਿਹੜੇ ਚਲਾਕੀਆਂ ਮਾਰ ਕੇ ਠੱਗੀਆਂ ਠੋਰੀਆਂ ਕਰਦਾ ਫਿਰਦਾ, ਤੇਰੀ ਸੋਚ ਬਹੁਤ ਛੋਟੀ ਜੀ ਹੈ, ਤੇ ਤੂੰ ਮੱਛੀਆਂ ਖਾਣੇ ਆ, ਉਹ ਤੂੰ ਹੰਸ ਕਿਉਂ ਨਹੀਂ ਬਣ ਜਾਂਦਾ? ਭਗਤੀ ਕਰ, ਔਰ ਤੈਨੂੰ ਲੋੜ ਹੀ ਨਹੀਂ ਮੱਛੀਆਂ ਖਾਣ ਦੀ। ਉਹ ਕਹਿੰਦੇ ਆ ਕਿ ਜਦੋਂ ਪ੍ਰਮਾਤਮਾ ਤੇਰੇ ਜੀਵਨ ਚ ਆ ਗਿਆ ਨਾ, ਤੇਰੀ ਅਨੰਤ ਜਨਮਾਂ ਦੀ ਜਿਹੜੀ ਭੁੱਖ ਹੈ ਉਹ ਸ਼ਾਂਤ ਹੋ ਜਾਏ। ਬੜੀ ਜਿਹੜੀ ਚੀਜ਼ ਹੈ ਪ੍ਰਮਾਤਮਾ, ਉਹ ਤੁਹਾਡੇ ਜੀਵਨ ਚ ਜਦੋਂ ਵੀ ਆ ਗਿਆ, ਭਾਵੇਂ ਕਰੋੜਾਂ ਦਾ ਨੁਕਸਾਨ ਹੋ ਗਿਆ, ਕੀ ਮਜਾਲ ਹੈ? ਤੁਸੀਂ ਮੂੰਹ ਤੋਂ ਰੌਲਾ ਪਾ ਲੋਗੇ, ਪਰ ਤੁਹਾਡੇ ਅੰਦਰ ਹਲਚਲ ਨਹੀਂ ਹੋਣੀ। ਇਹ ਗੱਲ ਯਾਦ ਰੱਖਣੀ ਮੇਰੀ, ਆ ਪੁਆਇੰਟ ਦੀ ਗੱਲ ਜੇ। ਮੂੰਹ ਤੋਂ ਬੋਲਤਾ ਹਾਂ ਬਈ ਇਹ ਹੋ ਗਿਆ ਉਹ ਹੋ ਗਿਆ, ਪਰ ਤੁਹਾਡੇ ਅੰਦਰ ਹਲਚਲ ਨਹੀਂ ਹੋਊਗੀ ਕਿ ਸੱਚੀ ਯਾਰ ਏਡਾ ਵੱਡਾ ਨੁਕਸਾਨ ਹੋ ਗਿਆ, ਮੈਨੂੰ ਪਤਾ ਨਹੀਂ ਲੱਗਾ। ਵੱਡੀ ਗੱਲ ਹੋ, ਕਿੱਥੋਂ ਇੰਨੀ ਬਰਦਾਸ਼ਤ ਕਰਨ ਦੀ ਸ਼ਕਤੀ ਕਿੱਥੋਂ ਆ ਗਈ ਆ? ਮੈਂ ਤੇ ਬਹੁਤ ਕਮਜ਼ੋਰ ਜਿਹਾ ਸਾਂ, ਛੋਟੀਆਂ ਮੋਟੀਆਂ ਗੱਲਾਂ ਮੇਰੇ ਦਿਮਾਗ 'ਚ ਵੱਜਦੀਆਂ ਹਾਂ, ਤੇ 15-20 ਦਿਨ ਚਿੰਤਾ ਲੱਗੀ ਰਹਿੰਦੀ ਸੀ ਕਿ ਪੈਸੇ ਡੁੱਬ ਗਏ, ਉਹੀ ਮੇਰਾ 1000 ਰੁਪਇਆ ਗਵਾਈ ਗਿਆ, ਮੇਰਾ 1500, ਮੇਰਾ 4-5000, ਹੁਣ ਲੱਖਾਂ ਰੁਪਏ ਚਲ ਗਏ ਨੇ, ਪਰ ਅੰਦਰ ਚਿੰਤਨ 'ਚ ਕੋਈ ਵਿਚਾਰ ਨਹੀਂ ਆਇਆ, ਸਭ ਕੁਝ ਸ਼ਾਂਤ ਹੋ ਗਿਆ। ਇੰਨੀ ਬਰਦਾਸ਼ਤ ਕਰਨ ਦੀ ਸ਼ਕਤੀ ਮਹਿਤਾ ਕਿੱਥੋਂ ਆ ਗਿਆ? ਕਿਉਂ ਆ ਗਿਆ? ਪਹਿਲਾਂ ਅਸੀਂ ਬੂੰਦ ਸਾਂ, ਇਸ ਕਰਕੇ ਛੋਟੀ ਜਿਹੀ ਬੂੰਦ ਨੂੰ ਖਤਰਾ ਰਹਿੰਦਾ ਹੈ। ਹੁਣ ਬੂੰਦ ਨਹੀਂ ਰਹਿ ਗਈ, ਉਹ ਸਾਗਰ 'ਚ ਜਾ ਕੇ ਸਾਗਰ ਦਾ ਰੂਪ ਹੋ ਗਈ ਹੈ।
ਇਸ ਕਰਕੇ ਸਾਡੇ ਅੰਦਰ ਕਪੈਸਿਟੀ ਵੀ ਬ੍ਰਹਮ ਦੀ ਆ ਗਈ ਹੈ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਹੈ। ਇੰਨੀ ਕੀ ਗੱਲ ਆ, ਪਰਮਾਤਮਾ ਕਹਿੰਦਾ ਆ ਵੀ ਮਹਾਂਪੁਰਖ ਜਿਹੜੇ ਹੈਗੇ, ਜਿਹੜੇ ਬ੍ਰਹਮ ਗਿਆਨੀ ਕਹਿੰਦੇ ਆ, ਕਹਿੰਦੇ ਕਿ ਪਿਆਰਿਆ ਇਹ ਮਾਇਆ ਮਾਲਕ ਨੇ ਬਣਾਈ ਹੋਈ ਆ, ਤੇ ਤੂੰ ਜੇ ਡਾਇਰੈਕਟ ਇਹਦਾ ਟਾਕਰਾ ਕਰੇਗਾ ਤੇ ਤੂੰ ਇਹਨੂੰ ਕਦੀ ਵੀ ਨਹੀਂ ਜਿੱਤ ਸਕਦਾ। ਇਹ ਮਾਲਕ ਨੇ ਜਿਹੜਾ ਡਾਇਰੈਕਟ ਟਾਕਰਾ ਕਰਨ ਦੇ ਵਾਸਤੇ ਜਿਹੜਾ ਹੈਗਾ ਉਹ ਹਾਰਨਗੇ ਜਿਹੜੇ ਵੀ ਡਾਇਰੈਕਟ ਟਾਕਰਾ ਕਰਦੇ ਆ। ਇਹਦੇ ਨਾਲ ਟਾਕਰਾ ਕਰਨਾ ਹੈ ਤੇ ਬ੍ਰਹਮ ਗਿਆਨ ਲੈ ਲਾ ਔਰ ਪਰਮਾਤਮਾ ਨੂੰ ਆਪਣੀ ਸਾਈਡ ਤੇ ਲੈ ਲਾ। ਉਹਨੇ ਤਾਂ ਬਣਾਈ ਆ, ਉਹਨੂੰ ਦੇਖ ਕੇ ਮਾਇਆ ਕਿਵੇਂ ਜਿਹੜੀ ਹੈ ਉਹਦੇ ਕਾਬੂ 'ਚ ਨਹੀਂ ਆਊਗੀ ਭਾਈ। ਇੰਨੀ ਕੀ ਗੱਲ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਪਰਮਾਤਮਾ ਦੀ ਸ਼ਰਨ 'ਚ ਜਾਣਾ ਹੈ, ਜਿੱਦਾਂ ਨਦੀ ਸਮੁੰਦਰ ਦੀ ਸ਼ਰਨ 'ਚ ਚਲ ਜਾਂਦੀ ਹੈ ਤੇ ਫਿਰ ਉਹ ਸ਼ਾਂਤ ਹੋ ਜਾਂਦੀ ਹੈ। ਉਸੇ ਹੀ ਤਰ੍ਹਾਂ ਜਦੋਂ ਅਸੀਂ ਆਪਣੇ ਅੰਦਰ ਜਾਂਦੇ ਹਾਂ, ਦੇਖੋ ਆਪਣੇ ਤੁਹਾਡੇ ਅੰਦਰ ਕੀ ਹੈ, ਤੁਹਾਡੇ ਅੰਦਰ ਇੱਕ ਚੇਤਨਾ ਹੈ। ਤੁਸੀਂ ਆਖਰੀ ਤੇ ਚਲ ਗਏ ਨਾ, ਜਦੋਂ ਲਾਸਟ ਤੇ, ਜਦੋਂ ਤੁਸੀਂ ਆਤਮਵਾਦ ਤੱਤ ਨੂੰ ਬਹੁਤ ਚੰਗੀ ਤਰ੍ਹਾਂ ਵੇਖ ਲਿਆ। ਅੱਜ ਤੇ ਰਨਿੰਗ ਪ੍ਰੋਸੈਸ ਆ, ਚੱਲ ਰਹੀ ਹੋ ਤੁਸੀਂ। ਇੱਕ ਸਮਾਂ ਆਊਗਾ ਤੁਸੀਂ ਕਹਿਣਾ ਕਿ ਹਾਂ ਹੁਣ ਮੈਂ ਕਿਤੇ ਪਹੁੰਚ ਗਿਆ, ਕਿਤੇ ਮੈਂ ਪਤਾ ਨਹੀਂ ਕਿੱਥੇ ਪਹੁੰਚ ਗਿਆ, ਪਰ ਮੈਂ ਐਸੀ ਜਗ੍ਹਾ ਤੇ ਪਹੁੰਚ ਗਿਆ, ਗਤੀ ਰੁਕ ਗਈ ਆ। ਉਹਦਾ ਅੰਦਰ ਦਾ ਬਿੰਦੂ ਚੱਲਦਾ ਨਹੀਂ ਪਿਆ, ਇੱਕਦਮ ਸਥਿਰ ਹੋ ਗਿਆ। ਪਹਿਲਾਂ ਬਹੁਤ ਗਤੀ ਸੀ ਅੰਦਰ, ਚਿੰਤਨ ਬਹੁਤ ਚੱਲਦਾ ਸੀ, ਹੁਣ ਚਿੱਤ ਦੇ ਅੰਦਰ ਕੁਛ ਨਹੀਂ ਚੱਲਦਾ। ਉਹ ਕਹਿੰਦੇ ਨੇ ਰਾਮਾਨੰਦ, ਕਹਿੰਦਾ ਮੇਰੇ ਚਿੱਤ ਨਾ ਚੱਲੇ ਮਨ ਪਇਓ ਅਪੰਗ। ਇਹਨੇ ਜਿਹੜੇ ਕੱਤ ਜਾਈਏ ਰੇ ਕਰੇ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਹਾਂਜੀ ਵੀਰ ਜੀ। ਹਾਂ, ਉਹ ਕਹਿੰਦੇ ਕਿ ਮੈਂ ਹੁਣ ਕਿੱਥੇ ਜਾਣਾ, ਕਿਉਂਕਿ ਮੇਰਾ ਚਿੱਤ ਹੀ ਰੁਕ ਗਿਆ, ਚਿੱਤ ਸ਼ਾਂਤ ਹੋ ਗਿਆ। ਜੇ ਚਿੱਤ ਹੀ ਸ਼ਾਂਤ ਹੋ ਗਿਆ ਤਾਂ ਮਨ ਕਿੱਥੋਂ ਪ੍ਰਗਟ ਹੋ? ਤੇ ਕਹਿੰਦੇ ਜਿਹੜਾ ਮਨ ਆ ਮੇਰਾ ਉਹ ਲੂਲਾ ਲੰਗੜਾ ਹੋ ਗਿਆ, ਹੁਣ ਚੱਲਦਾ ਨਹੀਂ। ਚੱਲਦਾ ਵੀ ਆ ਤੇ ਉਹਦੀ ਬਹੁਤ ਘੱਟ ਸਪੀਡ ਹੈ। ਪਹਿਲਾਂ ਤਾਂ ਉੱਡਿਆ ਫਿਰਦਾ ਸੀ ਹਵਾ ਦੇ ਵਾਂਗੂ, ਪਵਨ ਦੇ ਵਾਂਗੂ। ਤੇ ਕਹਿੰਦੇ ਹੁਣ ਜਿਹੜਾ ਉਹ ਅਪੰਗ ਹੋ ਗਿਆ। ਪੰਗ ਤਾਂ ਵੇਖੀ ਹੈ ਤੁਸੀਂ, ਉਹਦੀ ਕਿੰਨੀ ਕੁ ਮੂਵਮੈਂਟ ਹੁੰਦੀ ਆ, ਇਹ ਲਿਟ ਜਾਂਦਾ, ਜ਼ਿਆਦਾ ਨਹੀਂ ਤੂੰ ਜਾ ਸਕਦਾ। ਇਹ ਜੀ ਸਾਹਿਬ ਬਿਲਕੁਲ ਸਹੀ ਹੈ। ਕਿਉਂਕਿ ਜਿਹੜਾ ਮਨ ਹੈਗਾ ਨਾ, ਇਹਦੀਆਂ ਅੱਖਾਂ ਜਿਹੜੀਆਂ ਚੇਤੀ ਹੈਗੀਆਂ, ਇਹਦੀਆਂ ਅੱਖਾਂ ਆਪਣੀ ਸੁਰਤ ਹੈਗੀ। ਜਦ ਸੁਰਤ ਕੁਛ ਦਿਖਾਊਗੀ ਨਹੀਂ ਮਨ ਨੂੰ, ਤੇ ਮਨ ਕਿਵੇਂ ਜਿਹੜਾ ਕਹੂਗਾ ਆਹ ਚੀਜ਼ ਚਾਹੀਦੀ ਹੈ ਮੈਨੂੰ। ਹਾਂਜੀ ਵੀਰ ਜੀ। ਹਾਂ, ਫਿਰ ਮੰਜੇ ਤੇ ਬੈਠਾ ਹਿਲੀ ਜਾਂਦਾ, ਕਿਤੇ ਸੱਜਾ ਖੱਬਾ ਏਦਾਂ ਕਰ ਕੇ ਆਪਣਾ ਟਾਈਮ ਪਾਸ ਕਰਦਾ। ਮੈਨੂੰ ਪਤਾ ਹੈ ਕਿ ਐਕਸ਼ਨ ਨਹੀਂ ਹੋ ਰਿਹਾ, ਕਿਉਂਕਿ ਜੇ ਮੈਂ ਤੁਰਦਾ ਫਿਰਦਾ ਵੀ ਤੇ ਹਿੱਲਿਆ ਨਹੀਂ ਜਾਂਦਾ। ਉਸ ਲਈ ਕਹਿੰਦੇ ਆ ਮਨ ਪਇਓ ਅਪੰਗ। ਮੇਰਾ ਮਨ ਜਿਹੜਾ ਹੈ ਨਾ ਉਹ ਪੰਗ ਹੋ ਗਿਆ, ਉਹ ਅਪਾਹਿਜ ਹੋ ਗਿਆ, ਨਹੀਂ ਚੱਲਦਾ। ਇੱਕ ਤੇ ਹੁੰਦਾ ਨਾ ਕਿ ਕੋਈ ਬੰਦਾ ਠੀਕ ਹੋ ਜਾਏਗਾ, ਹੱਡੀ ਨਹੀਂ ਟੁੱਟੀ, ਉਹ ਕਹਿੰਦਾ ਅਪੰਗ ਹੋ ਗਿਆ, ਹੱਥ ਪੈਰ ਹੀ ਹੈ ਨਹੀਂ, ਹੱਥ ਪੈਰ ਹੀ ਹੈ ਨਹੀਂ, ਹੁਣ ਨਹੀਂ ਚੱਲਦਾ। ਹਾਂ ਅਪੰਗ ਹੋ ਗਿਆ। ਇਹ ਮਤਲਬ ਇਹ ਨਹੀਂ ਕਿ ਕੱਲ ਨੂੰ ਲੱਤ ਲੁੱਤ ਉੱਗ ਜੂਗੀ, ਇਹਦਾ ਮਤਲਬ ਕਹਿ ਲਈਏ ਉਹ ਇਹ ਵਾਲਾਂ ਦਾ ਸਿਸਟਮ ਨਹੀਂ ਕਹਿੰਦੇ ਵਾਲ ਟੁੱਟ ਗਏ ਨੇ, ਵੱਢੇ ਗਏ ਨੇ, ਨਹੀਂ, ਉਹ ਕਹਿੰਦੇ ਅਪੰਗ ਹੋ ਗਿਆ। ਇਹਦੀਆਂ ਲੱਤਾਂ ਲੁੱਤਾਂ ਜਿਹੜੀਆਂ ਵੱਡੀਆਂ ਗਈਆਂ, ਹੁਣ ਕਿਤੇ ਨਹੀਂ ਜਾਂਦਾ, ਉਹਦੇ ਬੈਠਾ ਰਹਿੰਦਾ। ਠੀਕ ਹੈ ਜੀ, ਇਹ ਗੱਲ ਨੂੰ ਆਪਾਂ ਸਮਝਣਾ ਜੀ। ਹੁਣ ਕਹਿੰਦੇ ਆ ਅਗਲੇ ਬੰਨੇ ਕਹੇ ਜੋ ਜੈਸਾ, ਫਿਰ ਬੋਲੋ, ਜਹ ਤੂੰ ਜਾਚੈ ਸੋ ਤਿਰ ਭਵਨ ਭੋਗੀ। ਜਿਸ ਚੀਜ਼ ਨੂੰ ਤੂੰ ਜਾਂਚ ਕਰ ਰਿਹਾ ਆ, ਤੇਰੀ ਡਿਮਾਂਡ ਹੀ ਗਲਤ ਹੈਗੀ ਆ। ਤੇਰੀ ਗੱਡੀ ਜਿਹੜੀ ਹੈਗੀ ਮਾਇਆ ਵੱਲ ਨੂੰ ਤੂੰ ਜਿਹੜਾ ਹੈਗਾ ਚੱਲ ਆ ਰਿਹਾ ਆ। ਸਾਰੀ ਦੁਨੀਆ ਜਿਹੜੇ ਪਾਸੇ ਨੂੰ ਜਿਹੜੀ ਚੀਜ਼ ਦੀ ਡਿਮਾਂਡ ਕਰਦੀ ਆ, ਉਹੀ ਚੀਜ਼ ਤੈਨੂੰ ਮਿਲਣੀ ਆ ਭਾਈ। ਤੇ ਤੂੰ ਪਰਮਾਤਮਾ ਦੀ ਤਾਂ ਤੇਰੀ ਡਿਮਾਂਡ ਹੀ ਹੈ ਨਹੀਂ ਗੀ। ਜੇ ਤੂੰ ਜਾਚੈ ਸੋ ਤਿਰ ਭਵਨ ਭੋਗੀ। ਤਿੰਨ ਭਵਨ ਜਿਹੜੇ ਸਾਰੇ ਸੰਸਾਰ ਦੇ ਜੀਵ ਉਸੇ ਨੂੰ ਭੋਗ ਰਹੇ ਆ ਔਰ ਉਸੇ ਨੂੰ ਮੰਗ ਰਹੇ ਆ। ਕਹੇ ਕਬੀਰ ਕੇਸੋ ਜਗ ਜੋਗੀ। ਕੇਸੋ ਹੈਗਾ ਉਹ ਮਾਲਕ ਪਰਮਾਤਮਾ ਹੈਗਾ, ਜੱਗ ਦਾ ਬਣਾਉਣ ਵਾਲਾ ਔਰ ਜੁੜਨ ਵਾਲਾ। ਸੰਸਾਰ ਦੇ ਵਿੱਚ ਜਿਹੜਾ ਹੈਗਾ ਭਗਤੀ ਕਰਨੀ ਹੈ ਤੇ ਮਾਲਕ ਦੀ ਕਰ, ਜੁੜਨਾ ਹੈ ਮਾਲਕ ਦੇ ਨਾਲ, ਜੋ ਕਰਨਾ ਹੈ ਮਾਲਕ ਦਾ ਕਰ ਜੋਗ। ਹਾਂਜੀ ਵੀਰ ਜੀ। ਬਸ ਠੀਕ ਹੈ ਜੀ। ਕਹਿੰਦੇ ਤੇਰੀ ਜ਼ਿੰਦਗੀ ਦਾ ਜਿਹੜਾ ਮਕਸਦ ਆ ਉਹ ਕੇਵਲ ਪ੍ਰਮਾਤਮਾ ਦੇ ਨਾਲ ਜੁੜਨ ਵਾਸਤੇ ਹੋਇਆ। ਹਾਂ ਭਾਈ, ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹਾਂਜੀ ਵੀਰ ਜੀ। ਬਾਕੀ ਜੇ ਤੂੰ ਆ ਬਾਹਰਲੇ ਪਖੰਡ ਕਰੀ ਜਾਂਦਾ ਵਾ, ਨਾਟਕ ਕਰਦਾ, ਇਹਦੀ ਨਹੀਂ ਲੋੜ। ਪਰ ਅਸਲੀ ਉਹ ਭਗਤ ਬਣਨਾ ਤੇ ਜੋ ਉਹਦੀ ਜੁਰਤ ਦਾ ਕੰਮ ਹੈ, ਉਹ ਕਹਿੰਦੇ ਖੰਡੇ ਤਿੱਕੀ ਵਾਲੋਂ ਨੇ ਕਬੀਰ ਜੀ। ਫਿਰ ਕਹਿੰਦੇ ਔਖੜ ਘਾਟੀ ਰਾਮ ਕੀਤਾ ਚੜੇ ਰਹੋ ਕਬੀ। ਬਿਲਕੁਲ। ਗੁਰੂ ਨਾਨਕ ਪਾਤਸ਼ਾਹ ਨੂੰ ਕਰਾਈਆ ਕਹੀ ਜਾਂਦੇ ਲੋਕ, ਕਹਿੰਦੇ ਭੂਤਨਾ ਹੈ, ਬੇਤਾਲਾ ਹੈ, ਬੁਰਾਈਆ ਹੈਗਾ, ਇਹਨੂੰ ਕੁਛ ਨਹੀਂ ਪਤਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕੋਈ ਭਲਾ ਕਹੇ ਕੋਈ ਬੁਰਾ ਕਹੇ, ਹਮ ਤੋਂ ਤਨ ਦੀਦਾਰ। ਹਾਂ, ਮੈਨੂੰ ਤੁਹਾਡੀ ਸਟੇਟਮੈਂਟ ਦੀ ਥੋੜੀ ਲੋੜ ਹੈਗੀ ਆ। ਉਹ ਮੈਨੂੰ ਪਤਾ ਮੈਂ ਕਿੱਧਰ ਜਾ ਰਿਹਾ। ਹੁਣ ਇਹਦਾ ਫੈਸਲਾ ਤੁਸੀਂ ਕਰੋ, ਮੈਂ ਆਪਣਾ ਕਰਾਂ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ।
ਮੇਰੀ ਜ਼ਿੰਦਗੀ ਦਾ ਪਰਪਸ ਆਫ ਲਾਈਫ ਕਹਿੰਦੇ ਉਹਨੂੰ। ਤੁਹਾਡੀ ਜ਼ਿੰਦਗੀ ਦਾ ਪਰਪਸ ਕੀ ਹੈ? ਬਿਲਕੁਲ। ਤੁਸੀਂ ਕੀ ਕਰ ਰਹੇ ਜੋ? ਕਿੱਥੇ ਜੋ ਤੁਹਾਡਾ ਲੈਵਲ? ਐਤ ਨਹੀਂ ਕਹਿਣ ਦੀ ਬਾਣੀ ਕੀ ਕੋਈ ਮਹਿਲ ਦੇ ਦੇ ਉੱਥੇ ਦਾਨ ਚ, ਤੇ ਤੇਰੀ ਜ਼ਿੰਦਗੀ ਦਾ ਪਰਪਸ ਬਹੁਤ ਵੱਡਾ ਹੈ। ਉਹ ਕਹਿੰਦੇ ਛੱਡ, ਤੂੰ ਕੀ ਕਰ ਰਿਹਾ, ਤੂੰ ਕੀ ਦੇ ਰਿਹਾ। ਠੀਕ ਹੈ ਜੀ। ਹਾਂਜੀ ਜੀ ਸਰ, ਚਲੀ। ਹਾਂਜੀ ਵੀਰ ਜੀ, ਇਹ ਟਾਈਮ ਹੋ ਗਿਆ ਵੀਰ ਜੀ। ਹਾਂ ਬਸ, ਹਾਂ ਮੈਂ ਕਹਿੰਦੇ ਸੀ, ਸੌਰੀ। ਠੀਕ ਹੈ ਸਾਧ ਸੰਗਤ ਜੀ, ਅੱਜ ਫਿਰ ਮੈਂ ਲਾਸਟ ਤੇ ਸਮਰਾਈਜ਼ ਕਰਦਾ ਸਾਰੀ ਕਥਾ ਨੂੰ ਇੱਕ ਛੋਟੀ ਜੀ ਗੱਲ ਤੇ, ਕਿ ਸਾਡਾ ਧਰਤੀ ਤੋਂ ਆਉਣਾ ਸਫਲ ਆ ਜੇਕਰ ਅਸੀਂ ਚੰਗੇ ਇਨਸਾਨ ਦੇ ਰੂਪ ਚ ਇਸ ਸੰਸਾਰ ਤੋਂ ਜਾਂਦੇ, ਤੇ ਜੇਕਰ ਆਪਾਂ ਜਿੱਦਾਂ ਦੇ ਜੰਮੇ ਉਦਾਂ ਦੇ ਹੀ ਮਰ ਜਾਂਦੇ ਆ, ਤੇ ਸਮਝ ਲਓ ਕਿ ਅਸੀਂ ਕੋਈ ਸਫਲ ਨਹੀਂ ਹੋਏ, ਅਸੀਂ ਅਸਫਲ ਹੋ। ਬਸ ਟਾਰਗੇਟ ਪਤਾ ਹੋਣਾ ਚਾਹੀਦਾ ਗੁਰਗੀ ਸਾਹਿਬ। ਆਪਾਂ ਨੂੰ ਪਹਿਲੀ ਗੱਲ ਤਾਂ ਹੈ ਨਾ, ਆਪਣਾ ਟਾਰਗੇਟ ਪਤਾ ਹੋਣਾ ਚਾਹੀਦਾ ਵੀ ਆਪਾਂ ਕਾਹਦੇ ਵਾਸਤੇ ਆਏ ਹਾਂ ਧਰਤੀ ਦੇ ਵਿੱਚ। ਜੇ ਉਹ ਚੀਜ਼ ਨਹੀਂ ਹੋਈ ਆਪਣੇ ਕੋਲੋਂ, ਤੇ ਫਿਰ ਇਹ ਮਨੁੱਖਾ ਜੀਵਨ ਦੁਬਾਰਾ ਨਹੀਂ ਮਿਲਣੀ ਆਪਾਂ ਨੂੰ। ਆਹ ਚੀਜ਼ ਆਪਾਂ ਨੂੰ ਪਤਾ ਹੋਣਾ ਚਾਹੀਦਾ। ਔਰ ਦੂਸਰੀ ਚੀਜ਼ ਹੈ ਕਿ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਮੇਰੇ ਕੋਲ ਜਿਹੜਾ ਹੈਗਾ ਨਿਰਧਾਰਿਤ ਸਮਾਂ ਹੈਗਾ। ਇਹ ਨਹੀਂ ਹੈਗਾ ਮੇਰੇ ਕੋਲ ਲਮਸਮ ਅਮਾਊਂਟ ਹੈਗਾ ਨਾ, ਮੇਰੇ ਕੋਲ ਬਿਲਕੁਲ ਨਿਰਧਾਰਿਤ ਸਮਾਂ ਹੈਗਾ, ਔਰ ਉਹਦੇ ਵਿੱਚ ਹੀ ਮੈਂ ਯਾਤਰਾ ਕਰਨੀ ਆ। ਨਹੀਂ ਕਰੂੰਗਾ ਤੇ ਦੁਬਾਰਾ ਚਾਂਸ ਨਹੀਂ ਮਿਲੇਗਾ। ਇੰਨਾ ਕੁ ਜਿਹੜਾ ਪਤਾ ਹੋਏ ਆਪਾਂ ਨੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ ਸਾਧ ਸੰਗਤ ਜੀ, ਅੱਜ ਦੇ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਤੇ ਬਾਕੀ ਬਸ ਇਹੋ ਹੀ ਆ, ਤੁਸੀਂ ਨਜ਼ਰ ਮਾਰੋ ਆਪਣੇ ਜੀਵਨ ਤੇ। ਜੇਕਰ ਤੁਹਾਡੇ ਜੀਵਨ ਦੇ ਵਿੱਚ ਉਚਾਈ ਆ ਰਹੀ ਹੈ ਤੇ ਸਮਝ ਲਓ ਮਾਰਗ ਤੁਹਾਡਾ ਸਹੀ ਹੈ, ਤੇ ਜੇ ਅਜੇ ਉਚਾਈ ਨਹੀਂ ਆ ਰਹੀ, ਆਪਾਂ ਇੱਧਰ ਉਧਰ ਤੁਰੇ ਫਿਰਦੇ ਹਾਂ, ਭਟਕਦੇ ਪਏ ਹਾਂ, ਇਹਦਾ ਮਤਲਬ ਕਿ ਸਾਨੂੰ ਆਪਣੀ ਡਾਇਰੈਕਸ਼ਨ ਨੂੰ ਵੇਖਣ ਦੀ ਲੋੜ ਹੈ। ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ। ਜੇ ਕੋਈ ਸੋਚੀਏ ਨਾ ਕੋਈ ਬਹੁਤਾ ਵੱਡਾ ਮੈਟਰ ਨਹੀਂ ਹੈਗਾ, ਇੱਕ ਛੋਟੀ ਜਿਹੀ ਪ੍ਰੋਬਲਮ ਹੈ, ਤੇ ਆਪਾਂ ਨੂੰ ਸਹੀ ਕਰ। ਠੀਕ ਹੈ ਜੀ ਨਿੱਜਰ ਸਾਹਿਬ? ਹਾਂਜੀ ਵੀਰ ਜੀ, ਬਿਲਕੁਲ ਸਹੀ ਹੈ। ਹਾਂਜੀ, ਅੱਜ ਆਪਾਂ ਸਾਧਨਾ 'ਚ ਪ੍ਰਵੇਸ਼ ਕਰਦੇ ਹਾਂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਮੇਰੇ ਪਿਤਾ ਗਰੀਬ ਨਵਾਜ ਮਿਹਰ ਕਰ ਮਾਲਿਕ। ਮੇਰੇ ਪਿਤਾ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ ਮੇਰੇ ਪਿਤਾ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਨਾਮਦਨ ਬਖਸ਼ਣਾ, ਦੇਹ ਨਿਰੋਗਤਾ ਬਖਸ਼ਣੀ ਮੇਰੇ ਮਾਲਿਕ। ਮਾਲਕ ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਆਪ ਮਿਹਰ ਕਰੋ ਮੇਰੇ ਪਿਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਹੁਣ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ